ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। इस एपिसोड का ए सेगमेंट तुहाडे तक पहुंचा रहे ने फ्लैट रेट डिस्पैचिंग सर्विसेज इनकॉर्पोरेटेड, पावर्ड बाय 25 years of combined trucking experience, बेस्ट लेन्स ते लो बेस्ट रेट्स ते सानू मैनेज करन दिओ तुहाडी सारी डिस्पैच, ओ भी सिर्फ 5% ते। सानू 5597101212 ते कॉल करो और विजिट www.flatratedispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਲੜੀਵਾਰ ਐਪੀਸੋਡ ਜਿਹੜਾ ਆ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇਹ ਇੱਕ ਸੀਰੀਜ਼ ਵਾਲਾ ਐਪੀਸੋਡ ਹੈਗਾ ਜਿਹਦੇ 'ਚ ਕਿ ਆਪਾਂ ਪਰਮਿਟਿੰਗ ਦੀ ਗੱਲ ਕਰ ਰਹੇ ਸੀਗੇ। ਪਰਮਿਟਿੰਗ ਤੋਂ ਉੱਪਰ ਉੱਠ ਕੇ ਹੁਣ ਆਪਾਂ ਜਦੋਂ ਪਰਮਿਟਿੰਗ ਦੀ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਥੋੜ੍ਹਾ ਜਿਹਾ ਆਪਾਂ ਇਫਟੇ ਦੇ ਬਾਰੇ ਦੇ ਵਿੱਚ ਆਪਾਂ ਇੱਕ ਫੁੱਲ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ। ਪਰ ਪਿਛਲੇ ਪਰਮਿਟਿੰਗ ਪ੍ਰੋਗਰਾਮ ਦੇ ਵਿੱਚ ਜਿਹੜਾ ਲਾਸਟ ਐਪੀਸੋਡ ਨੰਬਰ 2 ਸੀਗਾ ਉਹਦੇ ਵਿੱਚ ਆਪਣੇ ਕੋਲ UCR ਯੂਨੀਫਾਈਡ ਕੈਰੀਅਰ ਰਜਿਸਟ੍ਰੇਸ਼ਨ ਦੀ ਗੱਲ ਕਰਨੀ ਰਹਿ ਗਈ ਸੀਗੀ ਅਤੇ ਆਪਣੇ ਨਾਲ ਇਸ ਮਸਲੇ ਦੇ ਉੱਤੇ ਗੱਲ ਕਰਨ ਲਈ ਇੰਦੂ ਜੀ ਹਾਜ਼ਰ ਨੇ। ਇੰਦੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਜੀ। ਇੰਦੂ ਜੀ ਫਿਰ ਇੱਕ ਵਾਰੀ ਆਪਣਾ ਟੈਲੀਫੋਨ ਨੰਬਰ ਤੇ ਆਪਣਾ ਬਿਜ਼ਨਸ ਦਾ ਨਾਮ ਜ਼ਰੂਰ ਦੱਸ ਦਿਓ। ਜੀ ਬਿਲकुल, मेरे बिज़नेस का नाम है अफोर्डेबल ट्रकिंग सॉल्यूशंस और मेरा फ़ोन नंबर सेल नंबर है 5595137536 और मेरे ऑफिस का नंबर है 5592289622। ਅਤੇ ਬਿਲਕੁਲ ਜੀ, ਜਿਵੇਂ ਕਿ ਇੰਦੂ ਜੀ ਉਹਨਾਂ ਨੇ ਤੁਹਾਨੂੰ ਫ਼ੋਨ ਨੰਬਰ ਦਿੱਤਾ ਆ ਅਤੇ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਪਰਮਿਟਿੰਗ ਦੇ ਬਾਰੇ ਦੇ ਵਿੱਚ ਜਾਂ ਕੋਈ ਵੀ ਗੱਲਬਾਤ ਕਰਨੀ ਹੈ, ਤੁਸੀਂ ਆਪਣੀ ਕੰਪਨੀ ਨਵੀਂ ਰਜਿਸਟਰ ਕਰਾਉਣੀ ਆ ਜਾਂ ਐਗਜ਼ਿਸਟਿੰਗ ਕੰਪਨੀ ਦਾ ਅਕਾਊਂਟ ਤੁਸੀਂ ਉਹਨਾਂ ਨੂੰ ਹੈਂਡਲ ਕਰਨ ਵਾਸਤੇ ਦੇਣਾ ਹੈ ਤਾਂ ਪਲੀਜ਼ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਉਹਨਾਂ ਦੀਆਂ ਸੇਵਾਵਾਂ ਲਓ ਅਤੇ ਰੇਟਸ ਵੀ ਬੜੇ ਵਾਜਿਬ ਨੇ। ਅਤੇ ਇੰਦੂ ਜੀ ਚਲੀਏ ਆਪਾਂ ਅੱਗੇ ਗੱਲ ਕਰੀਏ ਕਿ UCR ਯੂਨੀਫਾਈਡ ਕੈਰੀਅਰ ਰਜਿਸਟ੍ਰੇਸ਼ਨ ਜਿਹੜੀ ਆ ਉਹਦੇ ਬਾਰੇ ਦੇ ਵਿੱਚ ਥੋੜ੍ਹਾ ਚਾਨਣਾ ਪਾਓ। ਜੀ ਰਮਨ ਜੀ, ਮੈਂ ਜ਼ਰੂਰ ਇਹਦੇ ਬਾਰੇ ਦੱਸਣਾ ਚਾਹੂੰਗੀ ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਟਰੱਕ ਡਰਾਈਵਰ ਭਾਈ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਕਿ UCR ਕੀ ਹੁੰਦਾ ਹੈ। ਉਹਨਾਂ ਦਾ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਕਿ ਇਹ ਹੈ ਕੀ। ਸੋ ਮੈਂ ਜ਼ਰੂਰ ਦੱਸਣਾ ਚਾਹੂੰਗੀ ਸਭ ਤੋਂ ਪਹਿਲਾਂ ਇਹਦੇ ਵਿੱਚ UCR ਹਰ ਉਸ ਕੈਰੀਅਰ ਨੂੰ ਰਿਕੁਆਇਰਡ ਹੈ ਜਿਹੜਾ ਇੰਟਰਸਟੇਟ ਚੱਲਦਾ ਹੈ, ਜਿਹੜਾ ਸਟੇਟ ਲਾਈਨਸ ਨੂੰ ਕ੍ਰੋਸ ਕਰਦਾ। ਲੋਕਲ ਵਾਲਿਆਂ ਨੂੰ ਨਹੀਂ ਜ਼ਰੂਰਤ ਹੈਗੀ UCR ਦੀ, ਪਰ ਜਿਹੜੇ ਇੰਟਰਸਟੇਟ ਕੈਰੀਅਰਸ ਹੈਗੇ ਆ ਉਹਨਾਂ ਨੂੰ ਇਹਦੀ ਜ਼ਰੂਰਤ ਹੈ ਜੀ। ਇਹਦੇ ਤੋਂ ਬਿਨਾਂ ਫਾਈਨ, ਅਗਰ ਤੁਸੀਂ ਕੈਚ ਹੋ ਜਾਂਦੇ ਹੋ UCR ਤੋਂ ਬਿਨਾਂ ਤਾਂ ਫਾਈਨ ਮੈਂਡੇਟੋਰੀ ਹੈ, ਤੁਹਾਨੂੰ ਫਾਈਨ ਜ਼ਰੂਰ ਹੋਏਗਾ। ਇਹ ਫੈਡਰਲੀ ਮੈਂਡੇਟ ਸਿਸਟਮ ਹੈ, ਫੈਡਰਲੀ ਇਹ ਚੱਲਦਾ ਹੈਗਾ। ਐਨੂਅਲ ਰਜਿਸਟ੍ਰੇਸ਼ਨ ਹੈ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਐਵਰੀ ਈਅਰ 31 ਦਸੰਬਰ ਨੂੰ, ਜਿੱਦਾਂ ਆਪਣਾ ਬਾਕੀ ਪਰਮਿਟ ਰੀਨਿਊ ਹੁੰਦੇ ਹੈ ਇਹ ਵੀ 31 ਦਸੰਬਰ ਐਵਰੀ ਈਅਰ ਰੀਨਿਊ ਹੁੰਦਾ ਹੈ ਜੀ। ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਉਹ ਸਟਾਰਟ ਹੋ ਜਾਂਦੀ ਹੈ 1 ਅਕਤੂਬਰ ਤੋਂ ਜੀ। ਰਿਕੁਆਇਰਮੈਂਟ ਜਿਹੜੀ ਹੈਗੀ ਹੈ ਇਹ ਕਿਤੇ ਲਈ ਆ ਬ੍ਰੋਕਰਸ ਲਈ, ਫਰੇਟ ਫਾਰਵਰਡ ਜਿਹੜੇ ਫਾਰਵਰਡਰ ਹੈਗੇ ਆ ਉਹਨਾਂ ਵਾਸਤੇ, ਲੀਜ਼ਿੰਗ ਕੰਪਨੀਜ਼ ਅਤੇ ਮੋਟਰ ਕੈਰੀਅਰਸ ਵਾਸਤੇ, ਇਹ ਉਹਨਾਂ ਵਾਸਤੇ ਰਿਕੁਆਇਰਡ ਹੈ ਜੀ। ਕੋਸਟ ਜਿਹੜੀ ਹੈਗੀ ਹੈ ਰਮਨ ਜੀ ਉਹ ਡਿਪੈਂਡ ਕਰਦੀ ਹੈ ਵਹੀਕਲਸ ਦੇ ਉੱਤੇ। ਤੁਹਾਡੀ ਫਲੀਟ ਦੇ ਵਿੱਚ ਕਿੰਨੇ ਵਹੀਕਲਸ ਹੈਗੇ ਆ ਇਹ ਉਹਦੇ ਉੱਤੇ ਇਹਦੀ ਜਿਹੜੀ ਕੋਸਟ ਹੈਗੀ ਆ ਉਹ ਡਿਪੈਂਡ ਕਰਦੀ ਹੈ। ਨਾਲ ਲੱਗਦੇ ਮੈਂ ਇਹਦੀ ਕੋਸਟ ਜ਼ਰੂਰ ਦੱਸਣਾ ਚਾਹੂੰਗੀ, ਥੋੜ੍ਹਾ ਜਿਹਾ ਆਈਡੀਆ ਦੇ ਦਿੰਦੇ ਹਾਂ। ਅਗਰ ਤੁਹਾਡੇ 2 ਟਰੱਕ ਤੋਂ ਥੱਲੇ ਅਸੀਂ 1 ਤੋਂ 2 ਟਰੱਕ ਹੈਗੇ ਆ ਤਾਂ ਅਪਰੋਕਸੀਮੇਟਲੀ ਜੋ ਕਰੰਟ ਫੀਸ ਚੱਲਦੀ ਪਈ ਹੈ $59 ਸਾਲ ਦੀ ਫੀਸ ਹੈ ਜੀ। ਅਗਰ 3 ਤੋਂ 5 ਹੈਗੇ ਆ ਤਾਂ $176 ਹੈ, 6 ਤੋਂ 20 ਹੈ ਤਾਂ $351। ਸੋ ਇਸ ਤਰ੍ਹਾਂ ਜਿਹੜੀ ਫੀਸ ਹੈਗੀ ਹੈ ਅਕੋਰਡਿੰਗ ਟੂ ਤੁਹਾਡੀ ਫਲੀਟ ਵੱਧਦੇ ਜਾਂਦੇ ਆ। ਸੋ ਮਿਨੀਮਮ ਜਿਹੜੀ ਹੈਗੀ ਆ ਆਪਣੀ $59 ਹੈਗੀ ਹੈ ਜੀ। ਬਿਲਕੁਲ। ਅਤੇ ਜਿੱਦਾਂ ਕਿ ਪਿਛਲੇ ਥੋੜ੍ਹੇ ਸਮੇਂ ਤੋਂ ਜਿਹੜੀ UCR ਦੀ ਰਜਿਸਟ੍ਰੇਸ਼ਨ ਹੈਗੀ ਆ ਉਹ ਬੰਦ ਕੀਤੀ ਹੋਈ ਸੀਗੀ ਕਿ ਕਾਫੀ ਗੜਬੜ ਚੱਲ ਰਹੀ ਸੀ, ਜਿਹੜਾ ਫਰਾਡ ਫੜਿਆ ਗਿਆ ਸੀਗਾ ਸਟੇਟ ਆਫ ਇਲੀਨੋਏ ਦੇ ਥਰੂ ਜੀ। ਸੋ ਉਹਦੇ ਕਰਕੇ ਕਾਫੀ ਬੰਦ ਹੋਈ ਸੀਗੀ, ਪਰ ਹੁਣ ਮੇਰੇ ਖਿਆਲ ਦੇ ਵਿੱਚ ਲੱਗਦਾ ਕਿ ਫਿਰ ਦੁਬਾਰਾ ਤੋਂ ਇਹ ਸ਼ੁਰੂ ਹੋ ਚੁੱਕੀ ਹੈ, ਓਪਨ ਹੋ ਚੁੱਕੀ ਹੈਗੀ ਹੈ। ਸੋ ਉਹ ਲੈਟਰਸ ਵੀ ਆ ਰਹੀਆਂ ਨੇ ਕੰਪਨੀਜ਼ ਨੂੰ ਜਿਨ੍ਹਾਂ ਦਾ ਨਹੀਂ UCR ਹੁਣ ਤੱਕ ਹੋਇਆ ਰੀਨਿਊ, ਕਿਉਂਕਿ 1 ਜਨਵਰੀ ਤੋਂ ਫਿਰ ਵਾਇਲੇਸ਼ਨ ਸਟਾਰਟ ਹੋ ਗਈ ਹੈ ਹੁਣ ਕਿ ਜਿਨ੍ਹਾਂ ਕੋਲ ਨਹੀਂ UCR ਹੈਗਾ
ਹੈਗਾ ਉਹਨਾਂ ਨੂੰ ਫਾਈਨ ਹੋ ਰਿਹਾ। ਸੋ ਫਾਈਨਸ ਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾ ਦਿਓ, ਕਿਉਂਕਿ ਆਪਣਾ ਕਈ ਵਾਰੀ ਫਾਈਨਸ ਸੁਣ ਕੇ ਆਪਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੀ ਬਿਲਕੁਲ ਠੀਕ ਹੈ ਜੀ। ਅਗਰ ਤੁਹਾਡੇ ਕੋਲ UCR ਨਹੀਂ ਹੈਗਾ ਤਾਂ ਤੁਹਾਡਾ ਵਹੀਕਲ ਕਦੀ ਵੀ ਉਹ ਰੋਕਿਆ ਜਾ ਸਕਦਾ ਹੈ। ਫਾਈਨ $100 ਤੋਂ ਲੈ ਕੇ $5,000 ਤੱਕਨ ਜਿਹੜਾ ਹੈਗਾ ਇਹ ਫਾਈਨ ਹੈਗਾ ਫਸਟ ਟਾਈਮ ਅਫੈਂਡਰਸ ਲਈ। ਅੱਛਾ, ਫਸਟ ਟਾਈਮਸ ਜੀ ਇਹ ਫਸਟ ਟਾਈਮ ਅਫੈਂਡਰਸ ਲਈ $100 to $5,000 ਹੈ। ਅਗਰ ਤੁਸੀਂ ਬਾਰ-ਬਾਰ ਤੁਹਾਨੂੰ ਵਾਰਨਿੰਗ ਦੇਣ ਦੇ ਬਾਵਜੂਦ ਵੀ ਤੁਸੀਂ ਨਹੀਂ UCR ਲੈ ਰਹੇ ਤਾਂ ਓਬਵੀਅਸ ਹੈ ਉਹ ਜਿਹੜੀ ਫਾਈਨਸ ਦੀ ਅਮਾਊਂਟ ਹੈ ਉਹ ਵਧੇਗੀ। 41 ਸਟੇਟਸ ਆਊਟ ਆਫ 48 ਮੈਂ ਇਹ ਜ਼ਰੂਰ ਦੱਸਣਾ ਚਾਹੂੰਗੀ 41 ਸਟੇਟਸ ਜਿਹੜੀਆਂ ਹੈਗੀਆਂ ਉਹ ਪਾਰਟੀਸਿਪੇਟ ਕਰਦੀਆਂ ਨੇ UCR ਦੇ ਵਿੱਚ। ਅੱਛਾ ਜੀ। ਸੋ ਕੁਛ ਸਟੇਟਸ ਹੈਗੀਆਂ ਜਿਹੜੀਆਂ ਨਹੀਂ ਪਾਰਟੀਸਿਪੇਟ ਕਰਦੀਆਂ, ਲੇਕਿਨ ਅਗਰ ਤੁਹਾਡੀ ਜਿਹੜੀ ਸਟੇਟ ਹੈ, ਜਿਸ ਸਟੇਟ ਦੇ ਤੁਸੀਂ ਬੇਸ ਹੈਗਾ ਤੁਹਾਡਾ ਸਟੇਟ ਦਾ, ਅਗਰ ਤੁਹਾਡੀ ਸਟੇਟ ਇਸ UCR ਦੇ ਪ੍ਰੋਗਰਾਮ 'ਚ ਪਾਰਟੀਸਪੇਟ ਨਹੀਂ ਕਰਦੀ, ਇਟ ਡਜ਼ਨਟ ਮੀਨ ਕਿ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ। ਸੋ ਮਤਲਬ ਕਿ ਜੇ ਜਿਹੜੀਆਂ ਨਾਨ ਪਾਰਟੀਸਪੇਟਿੰਗ ਹੈਗੀਆਂ ਜਿੱਦਾਂ ਐਰੀਜ਼ੋਨਾ, ਫਲੋਰੀਡਾ, ਹਵਾਈ, ਮੈਰੀਲੈਂਡ, ਨੇਵਾਡਾ, ਨਿਊ ਜਰਸੀ, ਓਰੇਗਨ, ਵਰਮਾਂਟ, ਵਾਇਓਮਿੰਗ ਐਂਡ ਡਿਸਟ੍ਰਿਕਟ ਆਫ ਕੋਲੰਬੀਆ। ਸੋ ਜੇ ਤੁਸੀਂ ਇਹਨਾਂ ਸਟੇਟਾਂ 'ਚ ਰਹਿੰਦੇ ਆ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ UCR ਨਹੀਂ ਲੈਣੀ। ਜੇ ਇਹਨਾਂ ਸਟੇਟਾਂ ਦੇ ਵਿੱਚ ਕੋਈ ਰਹਿੰਦਾ ਉਹਦੇ ਲਈ UCR ਕਿਸ ਤਰ੍ਹਾਂ ਕਿਹੜੀ ਲਊਗਾ ਜੀ ਉਹ? ਜੀ ਅਗਰ ਉਹ ਜਿਹੜੀਆਂ ਇਹ ਵਾਲੀਆਂ ਤੁਸੀਂ ਸਟੇਟਸ ਦਾ ਨਾਮ ਲਿੱਤਾ, ਅਗਰ ਕੋਈ ਕਿਸੇ ਦੀ ਬੇਸ ਸਟੇਟ ਇਹ ਵਾਲੀਆਂ ਸਟੇਟਸ ਦੇ ਵਿੱਚੋਂ ਹੈਗੀ ਹੈ ਔਰ ਉਹ ਓਬਵੀਅਸ ਹੈ ਕਿ ਉਹ ਨਹੀਂ ਪਾਰਟੀਸਪੇਟ ਕਰਦੇ, ਤਾਂ ਉਹਨਾਂ ਨੂੰ ਆਪਣੀ ਨਾਲ ਲੱਗਦੀ ਸਟੇਟ ਦਾ ਜਿਹੜਾ ਬੇਸ ਸਟੇਟ ਬਣਾ ਕੇ UCR ਨੀਅਰੈਸਟ ਪਾਰਟੀਸਪੇਟਿੰਗ ਜਿਹੜੀ ਉਹਦੀ ਸਟੇਟ ਹੈਗੀ ਹੈ ਉਹਨੂੰ ਉੱਥੇ ਬੇਸ ਰੱਖ ਕੇ ਤੇ UCR ਲੈਣਾ ਜ਼ਰੂਰੀ ਹੈ। ਸੋ ਜੇ ਕੋਈ ਐਰੀਜ਼ੋਨਾ 'ਚ ਰਹਿੰਦਾ ਉਹ ਫਲੋਰੀਡਾ ਜਾਂ ਨਿਊ ਮੈਕਸੀਕੋ ਦੇ ਥਰੂ ਜਿਹੜੀ ਹੈ UCR ਲੈ ਸਕਦਾ। ਬਿਲਕੁਲ ਠੀਕ ਹੈ ਜੀ, ਕਿਉਂਕਿ ਉਹਨੇ ਸਟੇਟ ਲਾਈਨਸ ਕ੍ਰਾਸ ਕਰਨੀਆਂ, ਸੋ ਇਸ ਕਰਕੇ ਉਹਨੂੰ ਲੈਣੀ ਜ਼ਰੂਰੀ ਹੈ, ਉਹਨੂੰ ਲੈਣੀ ਪੈਣੀ ਹੈ ਜਿਹੜਾ UCR ਹੈ ਜੀ। ਤੇ ਫੀਸਾਂ ਦੀ ਵੀ ਆਪਾਂ ਗੱਲ ਕਰ ਲਈ, ਤੇ ਇਸ ਤੋਂ ਬਾਅਦ ਜਿਹੜੀ ਆ ਇਹ UCR ਦੀ ਗੱਲਬਾਤ ਆਪਾਂ ਇੱਥੇ ਜਿਹੜੀ ਆ ਮੇਰੇ ਖਿਆਲ ਇੰਨੀ ਕੀ ਹੀ ਗੱਲਬਾਤ ਹੈ, ਜ਼ਿਆਦਾ ਇਹ ਔਖਾ ਨਹੀਂ ਹੈਗਾ, ਸੌਖਾ ਕੰਮ ਹੈ। ਬਿਲਕੁਲ ਜੀ, ਹੈ ਜ਼ਰੂਰੀ, ਇਹਨੂੰ ਸਕਿਪ ਨਹੀਂ ਕਰ ਸਕਦੇ। ਜਿਹੜੀਆਂ ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਨੇ, ਅਕਤੂਬਰ 'ਚ ਸਟਾਰਟ ਹੋ ਕੇ 31 ਦਸੰਬਰ ਨੂੰ ਐਂਡ ਹੁੰਦੀ ਹੈ। ਇਹਦੀ ਰਿਨਿਊਅਲ ਲੇਕਿਨ ਲੈਣੀ ਜ਼ਰੂਰੀ ਹੈ ਐਨੀ ਟਾਈਮ। ਅਗਰ ਤੁਸੀਂ ਨਹੀਂ ਲਿੱਤਾ ਤਾਂ ਹੁਣ ਵੀ ਉਹਨੂੰ ਰਜਿਸਟਰ ਕਰਵਾ ਸਕਦੇ ਹੋ UCR ਨੂੰ। ਫੀਸ ਬੜੀ ਨੋਮੀਨਲ ਜੀ ਫੀਸ ਹੈਗੀ ਹੈ, ਕੋਈ ਜ਼ਿਆਦਾ ਨਹੀਂ ਹੈਗੀ, ਔਰ ਤੁਸੀਂ ਆਪਣੀ ਨਾਲ ਦੀ ਲੱਗਦੀ ਸਟੇਟ ਦੇ ਵਿੱਚੋਂ UCR ਜਿਹੜਾ ਉਹਨੂੰ ਬੇਸ ਸਟੇਟ ਬਣਾ ਕੇ UCR ਦਾ ਪਰਮਿਟ ਲੈ ਸਕਦੇ ਹੋ ਜੇ ਤੁਹਾਡੀ ਸਟੇਟ ਨਹੀਂ ਕਰਦੀ ਪਾਰਟੀਸਪੇਟ। ਤੇ ਠੀਕ ਆ ਜੀ, ਇਹ ਬੜਾ ਅਗੇਨ UCR ਦਾ ਮਸਲਾ ਜਿਹੜਾ ਆ ਇਹ ਕਈ ਵਾਰੀ ਜੇ ਗਲ ਪੈ ਜਾਵੇ ਤਾਂ ਬੜਾ ਔਖਾ ਆ, ਪਰ ਜੇ ਤੁਸੀਂ ਇਹਨੂੰ ਸੋਲਵ ਕਰਨਾ ਹੈ ਇਹਨੂੰ ਹੁਣੇ ਹੀ ਤੁਸੀਂ ਰਜਿਸਟਰ ਕਰਾਓ, ਤੇ ਰਜਿਸਟਰ ਕਰਾਉਣ ਤੋਂ ਬਾਅਦ ਤੁਹਾਨੂੰ ਈਜ਼ੀਲੀ ਇਹਦੀ ਜਿਹੜੀ ਪੇਮੈਂਟ ਹੈਗੀ ਆ ਬਹੁਤ ਸੌਖੀ ਹੈ, ਬਹੁਤ ਘੱਟ ਪੇਮੈਂਟ ਹੈਗੀ ਆ, ਤਾਂ ਜਿੰਨੀ ਜਲਦੀ ਹੋ ਸਕਦਾ ਇਹਨੂੰ UCR ਦੇ ਪਰਮਿਟ ਨੂੰ ਆਪਣਾ ਕੰਪਲੀਸ਼ਨ ਤੇ ਲੈ ਕੇ ਆਓ, ਕੰਪਲੀਟ ਕਰੋ ਇਹਨੂੰ। ਤੇ ਹੁਣ ਇਸ ਤੋਂ ਬਾਅਦ ਆਪਾਂ ਚੱਲੀਏ ਜੀ IFTA ਵੱਲ, ਜਿਹੜਾ ਆਪਾਂ ਮੇਨ ਆਪਣਾ ਜਿਹੜਾ ਐਪੀਸੋਡ ਹੈਗਾ IFTA ਦੇ ਉੱਤੇ ਹੈਗਾ। ਸੋ IFTA ਦੇ ਲਈ ਆਪਾਂ ਜਿਹੜੀ ਸ਼ੁਰੂ ਕਰੀਏ ਤੇ IFTA ਕੀ ਹੈ ਜੀ? ਜੀ IFTA ਜਿਹੜਾ ਹੈਗਾ ਇਹ ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ ਹੈ ਜੀ। IFTA ਇੱਕ ਐਗਰੀਮੈਂਟ ਹੈ ਬਿਟਵੀਨ 48 ਸਟੇਟਸ ਐਂਡ 10 ਕੈਨੇਡੀਅਨ ਪ੍ਰੋਵਿੰਸਿਸ ਦੇ ਵਿੱਚ। ਸੋ IFTA ਦਾ ਮਤਲਬ ਜਦੋਂ ਤੁਸੀਂ ਇੰਟਰ ਸਟੇਟ ਚੱਲਣਾ ਹੈਗਾ, ਸੋ ਉਸ ਟਾਈਮ ਦੇ ਉੱਤੇ ਤੁਹਾਨੂੰ IFTA ਦਾ ਪਰਮਿਟ ਜ਼ਰੂਰੀ ਹੈ, ਕਿਉਂਕਿ ਡਿਫਰੈਂਟ ਸਟੇਟਸ ਦੇ ਵਿੱਚ ਤੁਸੀਂ ਜਦੋਂ ਟਰੈਵਲ ਕਰਨਾ ਹੈ ਉਸ ਵਕਤ ਤੁਹਾਨੂੰ ਹੁਣ ਤੁਸੀਂ ਹਰ ਸਟੇਟ ਦਾ ਪਰਮਿਟ ਤਾਂ ਲੈ ਨਹੀਂ ਸਕਦੇ, ਰਾਈਟ? ਸੋ ਉਹਦੇ ਵਾਸਤੇ IFTA ਹੈਗਾ, ਇੱਕ ਬੇਸ ਸਟੇਟ ਦਾ IFTA ਲੈਣਾ ਜ਼ਰੂਰੀ ਹੁੰਦਾ, ਜਿਹੜਾ ਸਾਰੀਆਂ ਪਾਰਟੀਸਿਪੇਟਿੰਗ ਸਟੇਟਸ ਦੇ ਵਿੱਚ ਉਹੀ ਪਰਮਿਟ ਤੁਹਾਡਾ ਵੈਲਿਡ ਹੁੰਦਾ। ਸੋ ਕਾਈਂਡ ਆਫ ਲਾਈਕ ਕੋਲੈਬੋਰੇਸ਼ਨ ਹੈਗੀ ਆ ਅਮੰਗ ਦੀਜ਼ ਸਟੇਟਸ ਜਿਹੜੀਆਂ ਆਪਣੀਆਂ 48 ਸਟੇਟਸ ਹੈਗੀਆਂ ਲੋਅਰ ਮੇਨਲੈਂਡ ਜਿਹਨੂੰ ਕਹਿੰਦੇ ਆਪਾਂ। ਜੀ ਬਿਲਕੁਲ 48 ਸਟੇਟਸ ਤੇ ਪਲੱਸ 10 ਕੈਨੇਡੀਅਨ ਪ੍ਰੋਵਿੰਸਸ ਜਿਹੜੇ ਹੈਗੇ ਆ, ਇਹਨਾਂ ਨੇ ਇਕੱਠਿਆਂ ਹੋ ਕੇ ਇੱਕ ਸਿਸਟਮ ਬਣਾਇਆ ਹੈਗਾ ਜਿਹਦੇ ਵਿੱਚ ਕਿ ਜਿੱਥੇ ਤੁਹਾਡੀ ਬੇਸ ਸਟੇਟ ਆ ਉੱਥੋਂ ਤੁਸੀਂ ਆਪਣੀ ਪਰਮਿਟਿੰਗ ਇਸ਼ੂ ਕਰਵਾਉਣੀ ਆ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਟਰੈਵਲ ਕਰਦੇ ਆ ਕਿਸੇ ਸਟੇਟ 'ਚ ਤੁਸੀਂ ਕਿੰਨੇ ਮਾਈਲ ਟਰੈਵਲ ਕਰਦੇ ਆ ਤੇ ਕਿਸੇ ਸਟੇਟ 'ਚੋਂ ਤੁਸੀਂ ਕਿੰਨੇ ਗੈਲਨ ਡੀਜ਼ਲ ਪਾਉਣੇ ਆ। ਸੋ ਬੇਸਿਕਲੀ ਇਹ ਸਾਰਾ ਜਿਹੜਾ ਸਿਸਟਮ ਆ ਇਹ ਇੱਕ ਇਸ IFTA ਜਾਂ ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ ਦੇ ਥੱਲੇ ਕੰਮ ਕਰਦਾ ਜੀ। ਬਿਲਕੁਲ ਤੁਸੀਂ ਕਿੰਨੀਆਂ ਮਾਈਲਸ ਚਲਾਈਆਂ ਕਿਸੇ ਸਟੇਟ ਦੇ ਵਿੱਚ, ਕਿਹੜੀ ਸਟੇਟ 'ਚੋਂ ਕਿੰਨੀਆਂ ਗੈਲਨਸ ਪਵਾਈਆਂ, ਉਹ ਸਾਰਿਆਂ ਦੀ ਕੈਲਕੂਲੇਸ਼ਨ ਜਿਹੜੀ ਹੈਗੀ ਹੈ ਉਹ IFTA ਰਿਪੋਰਟ ਬਣ ਜਾਂਦੀ। ਸੋ ਇੱਥੇ ਇਹ ਤਾਂ ਆਪਾਂ IFTA ਰਿਪੋਰਟ ਦੀ ਗੱਲ ਕਰ ਲਈ ਕਿ ਕਿਸ ਤਰ੍ਹਾਂ ਜਿਹੜੇ ਕਿ ਆਪਾਂ ਮਾਈਲਸ ਚਲਾਉਣੇ ਆ, ਕਿਉਂਕਿ ਅਲਟੀਮੇਟਲੀ ਜਿੰਨੇ ਤੁਸੀਂ ਮਾਈਲ ਚਲਾਏ ਹੈਗੇ ਆ, ਕਿਸੇ ਵੀ ਫਰੀਵੇ ਤੇ ਗਏ ਹੈਗੇ ਆ ਤੁਸੀਂ, ਉਹ ਮਾਈਲ ਚਲਾਏ ਆ, ਔਰ ਕਿੱਥੋਂ ਤੁਸੀਂ ਤੇਲ ਭਰਵਾਇਆ, ਔਰ ਇਹਦੇ 'ਚ ਜਿਹੜਾ ਤੁਸੀਂ ਫੈਡਰਲ ਟੈਕਸ ਪੇ ਕੀਤਾ ਉਸ ਆਇਲ ਦੇ ਵਿੱਚ, ਤੇਲ ਦੇ ਤੇ ਡੀਜ਼ਲ ਭਰਵਾਉਣ ਲੱਗਿਆ। ਸੋ ਇਹ ਸਾਰੀ ਕੈਲਕੂਲੇਸ਼ਨ ਜਿਹੜੀ ਆ ਇਹ ਹੁੰਦੀ ਆ, ਤੇ ਇਸ ਕੈਲਕੂਲੇਸ਼ਨ ਨੂੰ
ਕਰਨ ਤੋਂ ਬਾਅਦ ਜਿਹੜੀ ਤੁਹਾਡੀ ਇਫਟਾ ਰਿਪੋਰਟ ਜਿਹੜੀ ਬਣਦੀ ਆ। ਤੇ ਇਸ ਤੋਂ ਬਾਅਦ ਜਿਹੜੇ ਗੱਲ ਕਈ ਵਾਰੀ ਮੈਂ ਬਹੁਤ ਵਾਰੀ ਸੁਣਿਆ ਕਿ ਇਫਟਾ ਸਟਿੱਕਰਸ ਜਿਹੜੇ ਹੁੰਦੇ ਆ, ਇਫਟਾ ਸਟਿੱਕਰਸ ਬੜੇ ਇੰਪੋਰਟੈਂਟ ਹੈਗੇ ਆ। ਕਈ ਵਾਰੀ ਆਪਾਂ ਜਿੱਦਾਂ ਕਿ ਇੱਕ ਹੋਰ ਐਪੀਸੋਡ 'ਚ ਵੀ ਗੱਲ ਕਰਦੇ ਸੀਗੇ ਕਿ ਜਿੱਦਾਂ ਇਫਟਾ ਸਟਿੱਕਰਸ ਜੇ ਨਹੀਂ ਲੱਗੇ ਹੋਣ ਟਰੱਕ ਤੇ ਤਾਂ ਵੀ ਉਹਦੀ ਟਿਕਟ ਜਿਹੜੀ ਉਹ ਮਿਲ ਸਕਦੀ ਹੈ। ਜੀ ਬਿਲਕੁਲ ਰਮਨ ਜੀ, ਅੱਜ ਹੀ ਸਵੇਰੇ ਮੇਰੇ ਇੱਕ ਕਲਾਇੰਟ ਹੈਗੇ ਆ, ਉਹਨਾਂ ਨੂੰ ਇਸ ਚੀਜ਼ ਦੀ ਟਿਕਟ ਮਿਲੀ ਹੈ ਜੀ। ਉਹਨਾਂ ਦੇ ਟਰੱਕ ਦੇ ਉੱਤੇ ਇਫਟਾ ਦਾ ਸਟਿੱਕਰ ਨਹੀਂ ਸੀ ਲੱਗਾ ਹੋਇਆ ਜੀ। ਸੋ ਇਫਟਾ ਦਾ ਸਟਿੱਕਰ ਬਹੁਤ ਜ਼ਰੂਰੀ ਹੁੰਦਾ ਹੈ। ਕਿੰਨੂੰ ਜ਼ਰੂਰੀ ਹੈ ਇਫਟਾ ਦਾ ਸਟਿੱਕਰ? ਜਿਨ੍ਹਾਂ ਦਾ 2 or more ਜਿਹੜੇ ਜਿਊਰਿਸਡਿਕਸ਼ਨਸ ਦੇ ਵਿੱਚ ਜਿਨ੍ਹਾਂ ਦਾ ਟਰੱਕ ਚੱਲਦਾ, ਮਤਲਬ ਉਹ ਇੰਟਰ ਸਟੇਟ ਚੱਲਦੇ ਆ ਜੀ। ਜਿਹੜੇ ਆਪਣੀ ਕੈਲੀਫੋਰਨੀਆ ਤੋਂ ਬਾਹਰ ਜਦੋਂ ਚੱਲਣਗੇ, ਜੇ ਉਹਨਾਂ ਦੀ ਬੇਸ ਸਟੇਟ ਕੈਲੀਫੋਰਨੀਆ ਹੈਗੀ ਆ, ਉਸ ਤੋਂ ਬਾਹਰ ਜਿੱਥੇ ਵੀ ਉਹ ਜਾਣਗੇ ਉਹਨਾਂ ਨੂੰ ਇਫਟਾ ਦਾ ਸਟਿੱਕਰ ਜ਼ਰੂਰੀ ਹੈ। ਦੂਸਰਾ ਹੋਰ ਕਿਹਨੂੰ ਜ਼ਰੂਰੀ ਹੈ? ਜਿਨ੍ਹਾਂ ਦਾ 26,000 ਪਾਊਂਡ ਜਿਨ੍ਹਾਂ ਦਾ ਵਹੀਕਲ ਦਾ ਵੇਟ ਹੈਗਾ ਜਾਂ ਉਸ ਤੋਂ ਜ਼ਿਆਦਾ ਹੈਗਾ, ਉਹਨਾਂ ਨੂੰ ਇਫਟਾ ਸਟਿੱਕਰ ਦੀ ਜ਼ਰੂਰਤ ਹੈ। ਤੀਸਰਾ ਆ ਗਿਆ ਜਿਨ੍ਹਾਂ ਦੇ 3 or more ਐਕਸਲਸ ਹੈਗੇ ਆ ਟਰੱਕ ਦੇ ਵਹੀਕਲ ਦੇ, ਉਹਨਾਂ ਨੂੰ ਵੀ ਇਫਟਾ ਦੀ ਜ਼ਰੂਰਤ ਹੈਗੀ ਹੈ। ਸੋ ਬੇਸਿਕਲੀ ਜਿਹੜਾ ਆ ਕਿ ਬਿਗ ਰਿਗ ਜਿਹੜਾ ਹੈਗਾ, ਵੱਡਾ ਟਰੱਕ ਹੈਗਾ ਜਿਹੜਾ, ਡੈਫੀਨੇਟਲੀ ਉਹ ਇਸ ਕੈਟੇਗਰੀ 'ਚ ਆਉਂਦਾ ਹੈ ਐਜ਼ ਲੌਂਗ ਐਜ਼ ਉਹ ਜਦੋਂ ਇੰਟਰ ਸਟੇਟ ਚੱਲਦਾ ਹੈਗਾ, ਸਟੇਟ ਲਾਈਨ ਕ੍ਰਾਸ ਕਰਦਾ ਹੈਗਾ ਜੀ। ਬਿਲਕੁਲ ਜੀ, ਜਦੋਂ ਸਟੇਟ ਲਾਈਨ ਕ੍ਰਾਸ ਹੋਣੀ ਹੈ, ਵੇਟ 26,000 ਪਾਊਂਡ ਤੋਂ ਉੱਪਰ ਹੈਗਾ ਤਾਂ 3 or more ਐਕਸਲਸ ਹੈ, ਤਾਂ ਉਸ ਨੂੰ ਇਫਟਾ ਦੇ ਸਟਿੱਕਰ ਦੀ ਲੋੜ ਹੈਗੀ ਹੈ। ਤੇ ਹੁਣ ਇਹ ਇਫਟਾ ਦੇ ਸਟਿੱਕਰ ਮਿਲਦੇ ਕਿੱਦਾਂ ਜੀ? ਜੀ, ਉਹਦੇ ਵਾਸਤੇ ਸਭ ਤੋਂ ਪਹਿਲਾਂ ਇਫਟਾ ਦੀ ਐਪਲੀਕੇਸ਼ਨ ਭਰਨੀ ਪੈਂਦੀ ਹੈ ਜੀ। ਜਿਹੜੀ ਵੀ ਤੁਹਾਡੀ ਬੇਸ ਸਟੇਟ ਹੈਗੀ ਹੈ ਉਹਦਾ ਇਫਟਾ ਹੋਏਗਾ, ਉਹਦੀ ਐਪਲੀਕੇਸ਼ਨ ਭਰਨੀ ਪਏਗੀ। ਜਦੋਂ ਅਸੀਂ ਐਪਲੀਕੇਸ਼ਨ ਭਰਦੇ ਹਾਂ, ਉਹਦੇ ਨਾਲ ਇਫਟਾ ਦਾ ਲਾਇਸੈਂਸ ਔਰ ਇਫਟਾ ਦਾ ਸਟਿੱਕਰ, ਜਿਹਨੂੰ ਡੀਕੈਲਸ ਕਹਿੰਦੇ ਆ, 2 ਸਟਿੱਕਰ ਆਉਂਦੇ ਆ ਜੀ। ਸੋ ਉਹ ਤੁਹਾਨੂੰ ਬਾਏ ਮੇਲ ਇਫਟਾ ਦਾ ਲਾਇਸੈਂਸ ਔਰ ਸਟਿੱਕਰ ਜਿਹੜੀ ਤੁਹਾਡੀ ਸਟੇਟ ਦੇ ਡਿਪਾਰਟਮੈਂਟ ਹੈਗਾ ਉਹ ਸਾਨੂੰ ਮੇਲ ਕਰਦੇ ਆ ਜੀ। ਐਵਰੀ ਈਅਰ 31 ਦਸੰਬਰ ਨੂੰ ਆਪਣੇ ਜਿਹੜੇ ਸਟਿੱਕਰ ਹੈਗੇ ਆ ਉਹ ਐਕਸਪਾਇਰ ਹੋ ਜਾਂਦੇ ਆ, ਉਹਨਾਂ ਨੂੰ ਰੀਨਿਊ ਕਰਨਾ ਪੈਂਦਾ ਹੈ। ਤੇ ਇਹਨਾਂ ਦਾ ਕੋਈ ਗ੍ਰੇਸ ਪੀਰੀਅਡ ਵੀ ਹੁੰਦਾ ਜੀ? ਗ੍ਰੇਸ ਪੀਰੀਅਡ ਇਸ ਤਰ੍ਹਾਂ ਹੁੰਦਾ ਰਮਨ ਜੀ ਕਿ ਕਹਿ ਲਓ ਕਿ ਨਹੀਂ ਹੁੰਦਾ, ਆਪਾਂ ਕਹਿ ਸਕਦੇ ਹਾਂ ਕਿ ਗ੍ਰੇਸ ਪੀਰੀਅਡ ਕੋਈ ਨਹੀਂ ਹੁੰਦਾ। 31 ਨੂੰ ਐਕਸਪਾਇਰ ਹੋਏ ਤਾਂ ਉਹਨਾਂ ਨੇ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਉਹ ਐਕਸਪਾਇਰ ਕਰ ਦੇਣਾ, ਅਗਰ ਉਹਨੂੰ ਰੀਨਿਊ ਨਹੀਂ ਕੀਤਾ ਗਿਆ ਜੀ। ਤੇ ਇਹਨੂੰ ਜੀ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਤੋਂ ਦੁਬਾਰਾ ਤੋਂ ਇਹ ਡਿਸਕਸ਼ਨ ਜਿਹੜੀ ਜਾਰੀ ਰੱਖਾਂਗੇ। ਤੇ ਸਰੋਤਿਓ, ਮਿਲਦੇ ਹਾਂ ਆਪਾਂ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ, ਤੇ ਫਿਰ ਅੱਗੇ ਜਿਹੜੀ ਗੱਲਬਾਤ ਆ ਉਹ ਆਪਾਂ ਜਾਰੀ ਰੱਖਾਂਗੇ ਇਸੇ ਹੀ ਆਪਣੇ ਇਫਟਾ ਜਿਹੜਾ ਟੈਕਸ ਹੈਗਾ, ਇਹਦੇ ਇਫਟਾ ਇੰਟਰਨੈਸ਼ਨਲ ਫਿਊਲ ਟੈਕਸ ਦੇ ਬਾਰੇ ਦੇ ਵਿੱਚ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਤੇ ਲਓ ਜੀ, ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਤੇ ਜਿੱਦਾਂ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਇਫਟਾ ਦੇ ਬਾਰੇ ਦੇ ਵਿੱਚ, ਤੇ ਫਿਰ ਤੋਂ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰਾਂਗੇ ਜਿੱਥੇ ਆਪਾਂ ਸਟਾਪ ਕੀਤੀ ਸੀਗੀ। ਇੰਦੂ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਇਫਟਾ ਦੇ ਬਾਰੇ ਦੇ ਵਿੱਚ ਕਿ ਆਪਾਂ ਸਟਿੱਕਰਸ ਕਿੱਦਾਂ ਲੈਣੇ ਹੈਗੇ ਆ ਜਾਂ ਉਹਦੇ ਬਾਰੇ 'ਚ ਗੱਲ ਕੀਤੀ ਸੀ। ਤੇ ਹੁਣ ਇਸ ਤੋਂ ਅੱਗੇ ਜੇ ਚੱਲੀਏ, ਜਿਹੜੀਆਂ ਇਫਟਾ ਦੀਆਂ ਰਿਪੋਰਟਸ ਹੈਗੀਆਂ ਇਹ ਕਦੋਂ ਡਿਊ ਹੁੰਦੀਆਂ ਜੀ? ਹੁਣ ਪਹਿਲਾ ਸਟੈਪ ਆਪਣਾ ਕੰਪਲੀਟ ਹੋ ਗਿਆ ਕਿ ਆਪਾਂ ਇਫਟਾ ਦਾ ਲਾਇਸੈਂਸ ਲੈ ਲਿੱਤਾ ਜੀ। ਇਫਟਾ ਦਾ ਲਾਇਸੈਂਸ ਮੈਂ ਇਹ ਜ਼ਰੂਰ ਦੱਸਣਾ ਚਾਹੂੰਗੀ, ਸਪੋਜ਼ ਕਿਸੇ ਨੇ ਕੁਆਟਰਸ ਹੁੰਦੇ ਆ ਇਹਦੇ ਵਿੱਚ, ਇਫਟਾ ਦੇ ਵਿੱਚ ਐਵਰੀ ਕੁਆਟਰ ਸਾਨੂੰ ਉਹਦੀ ਫਾਈਲਿੰਗ ਕਰਨੀ ਹੁੰਦੀ ਹੈ ਜੀ। ਸੋ ਕੁਆਟਰਸ, ਪਹਿਲਾਂ ਮੈਂ ਕੁਆਟਰਸ ਐਕਸਪਲੇਨ ਕਰ ਦਿੰਦੀ ਹਾਂ। ਕੁਆਟਰਸ ਜਿਹੜੇ ਹੈਗੇ ਉਹ ਜਨਵਰੀ ਟੂ ਮਾਰਚ, ਇਹ ਫਸਟ ਕੁਆਟਰ ਹੁੰਦਾ, ਔਰ ਉਹਦੀ ਜਿਹੜੀ ਫਾਈਲਿੰਗ ਹੈ ਉਹ 30 ਅਪ੍ਰੈਲ ਤੋਂ ਪਹਿਲਾਂ ਕਰਨੀ ਹੁੰਦੀ ਹੈ ਅਸੀਂ। ਸੋ ਬੇਸਿਕਲੀ 3 ਮਹੀਨੇ ਦਾ ਕੁਆਟਰ, ਜਿੱਦਾਂ ਕਿ ਇੱਕ ਸਾਲ 'ਚ 4 ਕੁਆਟਰ, 3 ਮਹੀਨੇ ਦਾ, ਤੇ ਜਿੱਦਣ ਕੁਆਟਰ ਪੂਰਾ ਹੁੰਦਾ ਉਸ ਤੋਂ ਬਾਅਦ 30 ਡੇਜ਼ ਦਾ, ਉਸ ਤੋਂ ਬਾਅਦ ਨੈਕਸਟ ਮੰਥ ਦਾ ਟਾਈਮ ਆਪਣੇ ਕੋਲ ਹੁੰਦਾ ਫਾਈਲਿੰਗ ਵਾਸਤੇ। ਸੋ ਫਸਟ ਕੁਆਟਰ ਜਿਹੜਾ ਹੈਗਾ ਆਪਣਾ ਜਨਵਰੀ ਟੂ ਮਾਰਚ ਚੱਲਦਾ, ਔਰ ਉਹਦੀ ਜਿਹੜੀ ਫਾਈਲਿੰਗ ਹੈ ਉਹ 30 ਅਪ੍ਰੈਲ ਤੋਂ ਪਹਿਲਾਂ ਕਰਨੀ ਹੁੰਦੀ ਹੈ ਜੀ। ਸੈਕਿੰਡ ਕੁਆਟਰ ਅਪ੍ਰੈਲ ਟੂ ਜੂਨ, ਔਰ ਉਹਦੀ ਫਾਈਲਿੰਗ 31 ਜੁਲਾਈ ਤੋਂ ਪਹਿਲਾਂ। ਥਰਡ ਕੁਆਟਰ ਜੁਲਾਈ ਟੂ ਸੈਪਟੰਬਰ, ਔਰ ਉਹਦੀ ਫਾਈਲਿੰਗ 31 ਅਕਤੂਬਰ ਤੋਂ ਪਹਿਲਾਂ ਜੀ। ਫੋਰਥ ਕੁਆਟਰ ਅਕਤੂਬਰ ਟੂ ਦਸੰਬਰ, ਔਰ ਉਹਦੀ ਫਾਈਲਿੰਗ 31 ਜਨਵਰੀ ਤੋਂ ਪਹਿਲਾਂ।
ਹੁਣ ਜੋ ਮੈਂ ਦੱਸਣਾ ਚਾਹੁੰਦੀ ਸੀਗੀ ਉਹ ਇਹ ਹੈਗਾ ਕਿ ਕਈ ਵਾਰੀ ਸਪੋਜ਼ ਜੇ ਆਪਾਂ ਸੈਕਿੰਡ ਕੁਆਟਰ ਚੱਲਦਾ ਪਿਆ, ਕਿਸੇ ਨੇ ਕੰਪਨੀ ਸੈਕਿੰਡ ਕੁਆਟਰ ਦੇ ਵਿੱਚ ਬਣਾਈ, ਉਹਨਾਂ ਨੇ 30 ਜੂਨ ਨੂੰ ਜਾਂ 29 ਜੂਨ ਨੂੰ ਆਪਣਾ ਇਫਟਾ ਦਾ ਲਾਇਸੈਂਸ ਲੈ ਲਿਆ ਜੀ। ਸੋ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਨਾ ਹੋਵੇ ਵੀ ਅਸੀਂ ਤਾਂ ਕੁਆਟਰ ਡਨ ਹੋਣ ਦੇ ਉੱਤੇ ਇਫਟਾ ਦਾ ਲਾਇਸੈਂਸ ਲਿੱਤਾ ਹੈ। ਚਾਹੇ ਆਪਾਂ ਲਾਸਟ ਡੇ ਇਫਟਾ ਦਾ ਲਾਇਸੈਂਸ ਲਿੱਤਾ ਹੈ ਤਾਂ ਉਹਦੀ ਫਾਈਲਿੰਗ ਜ਼ਰੂਰੀ ਹੈ, ਉਸ ਕੁਆਟਰ ਦੀ ਫਾਈਲਿੰਗ ਜ਼ਰੂਰੀ ਹੈ ਜੀ। ਚਾਹੇ 0 ਕਰਕੇ ਫਾਈਲਿੰਗ ਕਰੋ ਪਰ ਉਹਦੀ ਫਾਈਲਿੰਗ ਜ਼ਰੂਰੀ ਹੈ। ਅਗਲੇ ਜਿਹੜਾ ਆਪਾਂ ਜੁਲਾਈ ਦੇ ਵਿੱਚ ਚੱਲਦੇ ਪਏ ਆ ਉਹਦੇ ਵਿੱਚ ਉਹਦੀ ਫਾਈਲਿੰਗ ਜ਼ਰੂਰੀ। ਸੋ ਇਫਟਾ ਦਾ ਕੁਆਟਰ ਖਤਮ ਹੋਣ ਤੋਂ ਚਾਹੇ ਤੁਸੀਂ ਸੇਮ ਡੇ ਇੱਕ ਦਿਨ ਪਹਿਲਾਂ ਆਪਣਾ ਇਫਟਾ ਦਾ ਲਾਇਸੈਂਸ ਲਿੱਤਾ ਹੈ, ਫਿਰ ਵੀ ਉਹਦੀ ਫਾਈਲਿੰਗ ਜ਼ਰੂਰੀ ਹੈ। ਸੋ ਕੋਸ਼ਿਸ਼ ਕਰੋ ਵੀ ਜਾਂ ਤਾਂ ਤੁਸੀਂ ਅਗਲੇ ਕੁਆਟਰ 'ਚ ਹੀ ਲਓ, ਪਰ ਜੇ ਬਾਈ ਦਾ ਵੇ ਉਸ ਦਿਨ ਤੇ ਆ ਗਿਆ ਤੇ ਉਸ ਕੁਆਟਰ ਦੀ ਜਿਹੜੀ ਫਾਈਲਿੰਗ ਹੈਗੀ ਹੈ ਚਾਹੇ 0 ਕਰਕੇ ਫਾਈਲਿੰਗ ਕਰੋ, ਪਰ ਕਰੋ ਜ਼ਰੂਰ। ਤੇ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਕਿਹੜੇ ਰੈਕਟਸ ਚਾਹੀਦੇ ਹੈਗੇ, ਕਿਹੜੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ। ਜਦੋਂ ਫਿਊਲ ਦਾ ਇਫਟਾ ਫਿਊਲ ਜਿਹੜਾ ਟੈਕਸ ਹੈਗਾ ਭਰਨਾ ਹੈਗਾ, ਤੇ ਉਹਦੇ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹੈਗੀਆਂ ਜੀ। ਸੋ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਰਿਕੁਆਇਰ, ਕਿਉਂਕਿ ਇਹ ਹੈ ਹੀ ਫਿਊਲ ਦਾ ਟੈਕਸ, ਸੋ ਇਹਦੇ ਵਾਸਤੇ ਫਿਊਲ ਰਿਸੀਟਸ ਜਿਹੜੀਆਂ ਹੈਗੀਆਂ ਉਹ ਬਹੁਤ ਰਿਕੁਆਇਰਡ ਹੈਗੀਆਂ ਨੇ, ਬਹੁਤ ਜ਼ਰੂਰੀ ਹੈ। ਅਗਰ ਸਪੋਜ਼ ਤੁਸੀਂ ਕਿਸੇ ਦਾ ਫਿਊਲ ਕਾਰਡ ਯੂਜ਼ ਕਰਦੇ ਪਏ ਹੋ ਤਾਂ ਉਹ ਸਟੇਟਮੈਂਟ ਵੀ ਵਰਕ ਕਰੇਗੀ ਫਿਊਲ ਰਿਸੀਟ ਦੀ ਬਦਲੇ। ਅੱਛਾ ਜੀ। ਇਸ ਤੋਂ ਇਲਾਵਾ ਸਾਨੂੰ ਮਾਈਲੇਜ ਰੈਕਰਡਸ ਚਾਹੀਦੇ ਆ ਕਿ ਜਿਹੜੀਆਂ ਤੁਹਾਡੀਆਂ ਮਾਈਲੇਜ ਹੈਗੀਆਂ ਨੇ ਪਰ ਸਟੇਟ ਦੀਆਂ ਉਹ ਕਿੱਦਾਂ ਕੈਲਕੂਲੇਟ ਹੋਈਆਂ ਤੁਹਾਡੀਆਂ ਜੀ। ਅੱਜ ਕੱਲ੍ਹ ਈਜ਼ੀਐਸਟ ਵੇ ਹੈਗਾ ELD ਦਾ। ELD ਸਾਰੇ ਟਰੱਕਾਂ ਦੇ ਵਿੱਚ ਲੱਗੀ ਹੋਈ ਹੈ, ਸੋ ਉਹ ELD ਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਵੀ ਵਰਕ ਕਰਦੀ ਹੈ ਮਾਈਲੇਜ ਵਾਸਤੇ, ਕਿਉਂਕਿ ELD 'ਚੋਂ ਰਿਪੋਰਟ ਨਿਕਲ ਜਾਂਦੀ ਹੈ ਕੁਆਟਰਲੀ ਇਫਟਾ ਦੀ ਕਿ ਕਿਹੜੀ ਸਟੇਟ 'ਚ ਤੁਹਾਡੇ ਟਰੱਕ ਨੇ ਕਿੰਨੀਆਂ ਮੀਲਾਂ ਚਲਾਇਆ ਜੀ। ਪਰ ਇੱਥੇ ਆਣ ਕੇ ਇੰਦੂ ਜੀ ਆਪਾਂ ਇੱਕ ਗੱਲ ਇਹ ਵੀ ਰੈੱਡ ਫਲੈਗ ਜਿਹਾ ਕਰਦੀ ਹੈ ਵੀ ਜੇ ਕਿਸੇ ਨੇ 2 ELDਆਂ ਲਗਵਾਈਆਂ ਤੇ ਉਹਨਾਂ ਨੂੰ ਜ਼ਰੂਰ ਇੱਥੇ ਪ੍ਰੋਬਲਮ ਆਊਗੀ ਵੀ ਕਿਹੜੀ ELD ਦਾ ਡਾਟਾ ਦੇਣਾ ਆ ਤੇ ਕਿਹੜੀ ਦਾ ਨਹੀਂ ਦੇਣਾ। ਸੋ ਇਹ ਵੀ ਇੱਕ ਜਿਹੜੀ ਆ ਰੈੱਡ ਫਲੈਗ ਹੈਗਾ। ਜੇ ਤੁਸੀਂ ਇੱਦਾਂ ਦੇ ਝੰਜਟ 'ਚ ਪਏ ਆ ਤਾਂ ਪਲੀਜ਼ ਉਹ 'ਚੋਂ ਬਾਹਰ ਨਿਕਲੋ, ਇੱਕ ELD ਯੂਜ਼ ਕਰੋ ਤਾਂ ਕਿ ਤੁਸੀਂ ਆਪਣਾ ਪ੍ਰੋਪਰ ਟੈਕਸ ਭਰ ਸਕੋ। ਜੀ ਬਿਲਕੁਲ ਠੀਕ ਹੈ ਜੀ, ਇਹ ਜ਼ਰੂਰੀ ਹੈਗਾ। ਸੋ ਉਹਨੂੰ ਸੈੱਟ ਕਰਨ ਲਈ ਫਿਰ ਤੀਸਰਾ ਤਰੀਕਾ ਆਪਣੇ ਕੋਲ ਹੈਗਾ ਟ੍ਰਿਪ ਰਿਪੋਰਟਸ ਦਾ। ਅੱਛਾ ਜੀ। ਅਗਰ ਕੋਈ ELD ਦੇ ਵਿੱਚ ਇੱਦਾਂ, ਵੈਸੇ ਤਾਂ ਆਪਾਂ ਹੀ ਕਹਿੰਦੇ ਕਿ ਕਰਨਾ ਹੀ ਨਹੀਂ ਚਾਹੀਦਾ, ਗਲਤ ਹੈ। ਅਗਰ ਕੋਈ ਕਰਦਾ ਵੀ ਪਿਆ ਹੈਗਾ ਤਾਂ ਉਹਦੇ ਵਾਸਤੇ ਟ੍ਰਿਪ ਰਿਪੋਰਟਸ ਜਿਹੜੀਆਂ ਹੈਗੀਆਂ ਨੇ ਉਹ ਯੂਜ਼ ਕੀਤੀਆਂ ਜਾ ਸਕਦੀਆਂ ਨੇ ਕੈਲਕੂਲੇਸ਼ਨ ਵਾਸਤੇ ਜੀ। ਪਰ ਰਮਨ ਜੀ ਇੱਥੇ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਆਪਣੇ ਜਿਹੜੇ ਕਾਫੀ ਮੈਜੋਰਿਟੀ ਹੈਗੀ ਹੈ ਉਹ ਵਿੱਚੋਂ ਟ੍ਰਿਪ ਰਿਪੋਰਟਸ ਨੂੰ ਵੀ ਮਿਸ ਕਰ ਜਾਂਦੇ ਹੈ। ਇਹ ਮੈਂ ਕਾਫੀ ਇਹ ਪ੍ਰੋਬਲਮ ਹੈਗੀ ਹੈ ਜਿਹੜੀ ਟ੍ਰਿਪ ਰਿਪੋਰਟਸ ਦੀ ਹੈਗੀ ਹੈ। ਜਿੱਦਾਂ ਆਪਾਂ ਐਨਵਲਪ ਬਣਾਉਂਦੇ ਹੈਗੇ ਟ੍ਰਿਪ ਰਿਪੋਰਟਸ ਦੇ, ਹੈ ਨਾ, ਤੇ ਇੱਕ ਈਚ ਟ੍ਰਿਪ ਦਾ ਈਚ ਐਨਵਲਪ ਚਾਹੀਦਾ ਹੁੰਦਾ ਆ। ਸੋ ਉਹ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਮੈਂ ਕਈ ਵਾਰੀ ਦੇਖਿਆ ਹੈਗਾ ਉਹ ਬਿਲਕੁਲ ਹੀ ਨਹੀਂ ਮੇਨਟੇਨ ਕਰਦੀਆਂ ਜਾਂ ਉਹਨਾਂ ਦਾ ਕੋਈ ਰੈਕਡ ਨਹੀਂ ਰੱਖਿਆ ਹੁੰਦਾ। ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚੀਜ਼ਾਂ ਸਾਨੂੰ ਇਹ ਨਹੀਂ ਹੈ ਕਿ ਸਿਰਫ ਇਫਟਾ ਭਰਨ ਵੇਲੇ ਜ਼ਰੂਰਤ ਹੈ ਇਹਨਾਂ ਦੀ। ਲੇਟਰ ਔਨ ਤੁਹਾਡਾ DMV ਦਾ ਆਡਿਟ ਆ ਗਿਆ ਜਾਂ ਤੁਹਾਡਾ ਇਫਟਾ ਦਾ ਆਡਿਟ ਆ ਗਿਆ, ਸਭ ਤੋਂ ਪਹਿਲੀ ਚੀਜ਼ ਦੀ ਰਿਕੁਆਇਰਮੈਂਟ ਜਿਹੜੀ ਹੈਗੀ, ਅਗਰ DMV ਦਾ ਆਡਿਟ ਆਇਆ ਤਾਂ ਉਹਨਾਂ ਨੇ ਤੁਹਾਡੇ ਕੋਲੋਂ ਟ੍ਰਿਪ ਰਿਪੋਰਟ, ਜਿਹੜੇ ਤੁਸੀਂ ਐਨਵੈਲਪਸ ਦੀ ਗੱਲ ਕਰਦੇ ਪਏ ਹੋ, ਪਹਿਲੀ ਰਿਕੁਆਇਰਮੈਂਟ ਹੀ ਉਹਨਾਂ ਦੀ ਉਹ ਐਨਵੈਲਪਸ ਨੇ। ਵਾਹ। ਅਗਰ ਅਸੀਂ ਐਨਵੈਲਪਸ, ਬਹੁਤ ਸਾਰੀਆਂ ਕੰਪਨੀਜ਼ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਐਨਵੈਲਪ ਮੇਨਟੇਨ ਨਹੀਂ ਕਰਦੀਆਂ, ਜਿੱਦਾਂ ਤੁਸੀਂ ਕਿਹਾ, ਔਰ ਇਹ ਸੱਚਾਈ ਹੈ। ਅਗਰ ਉਹ ਮੇਨਟੇਨ ਨਹੀਂ ਕਰਦੇ ਤੇ ਸਪੋਜ਼ 1 ਸਾਲ ਦਾ ਜਾਂ 2 ਸਾਲ ਦਾ ਆਡਿਟ ਆਇਆ ਤਾਂ ਉਹਨਾਂ ਨੇ ਤਾਂ ਤੁਹਾਨੂੰ ਮਹੀਨਾ ਦੇਣਾ ਜਾਂ 20 ਦਿਨ ਜਾਂ 25 ਦਿਨ, ਤਾਂ ਮਹੀਨੇ ਵਿੱਚ ਤੁਹਾਨੂੰ 2 ਸਾਲਾਂ ਦਾ ਕੰਮ ਫਿਰ ਇਕੱਠਾ ਕਰਨਾ ਪਊਗਾ। ਕਿੱਥੇ ਇੱਕ ਐਨਵੈਲਪ ਲਿਖਣ ਨੂੰ 5 ਮਿੰਟ ਲੱਗਦੇ ਨੇ ਤੇ ਕਿੱਥੇ ਤੁਹਾਨੂੰ 2 ਸਾਲਾਂ ਦਾ ਕੰਮ ਇਕੱਠਾ ਦੇਣਾ ਤਾਂ ਪੈਣਾ। ਨਹੀਂ ਦਊਂਗੇ ਤੇ ਪੈਨਲਟੀ ਪਊਗੀ ਜੀ। ਜਿਹੜਾ ਟ੍ਰਿਪ ਐਨਵਲਪ ਹੈਗਾ ਆ, ਜਿਹੜੀ ਟ੍ਰਿਪ ਰਿਪੋਰਟ ਹੈਗੀ ਆ, ਉਹ ਤਾਂ ਬੇਸਿਕਲੀ ਡਰਾਈਵਰ ਵੱਲੋਂ ਹੀ ਸਬਮਿਟ ਕੀਤੀ ਜਾਂਦੀ ਹੈ ਜੀ। ਬਿਲਕੁਲ, ਡਰਾਈਵਰ ਲਿਖ ਕੇ ਤੇ ਆਪਣੇ ਜਿਹੜਾ ਕੈਰੀਅਰ ਆ ਉਹਨੂੰ ਸਬਮਿਟ ਕਰਦਾ ਹੈ। ਸੋ ਇਹ ਜਿਹੜੇ ਟ੍ਰਿਪ ਐਨਵਲਪ ਬਣਾਉਣੇ ਹੈਗੇ ਆ ਉਹ ਜ਼ਰੂਰੀ ਹੈਗੇ ਆ। ਟ੍ਰਿਪ ਐਨਵਲਪ ਬਣਾ ਕੇ ਉਹਨੂੰ ਪ੍ਰੋਪਰ ਢੰਗ ਦੇ ਨਾਲ ਰੱਖਣਾ, ਮੇਨਟੇਨ ਕਰਨਾ। ਤੇ ਕਿਸੇ ਦਿਨ ਆਪਾਂ ਉਹ ਵੀ ਗੱਲ ਕਰਾਂਗੇ ਕਿ ਜੇ ਹੁਣ ਵੀ ਟਾਈਮ ਹੈਗਾ ਤਾਂ ਆਪਾਂ ਗੱਲ ਕਰ ਸਕਦੇ ਕਿ ਟ੍ਰਿਪ ਐਨਵਲਪ ਦੇ ਵਿੱਚ ਕਿਹੜੀਆਂ ਚੀਜ਼ਾਂ ਰੱਖ ਸਕਦੇ ਹਾਂ ਜੀ। ਬਿਲਕੁਲ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜ਼ਰੂਰ ਕਿ ਕਿਉਂਕਿ ਉਹ ਬਹੁਤ ਡਿਟੇਲਡ ਚੀਜ਼ ਹੈਗੀ ਹੈ, ਇਹ ਹੋਣੀ ਜ਼ਰੂਰੀ ਹੈ। ਆਪਾਂ ਇਹਨੂੰ ਛੱਡ ਨਹੀਂ ਸਕਦੇ, ਸਕਿਪ ਨਹੀਂ ਕਰ ਸਕਦੇ ਹੈਗੇ। ਤੇ ਹੁਣ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਵੀ ਜਿਹੜਾ ਇਫਟਾ ਕੰਮ ਕਿਸ ਤਰ੍ਹਾਂ ਕਰਦਾ ਹੈ। ਇਹ ਇਫਟਾ ਜਿਹੜਾ ਹੈਗਾ ਇੰਟਰਨੈਸ਼ਨਲ ਫਿਊਲ ਟੈਕਸ ਹੈਗਾ, ਇਹਨੂੰ ਆਪਾਂ ਵਿਚਾਰ ਕਰ ਲਿਆ, ਇਹਦੀ ਕੀ ਚਾਹੀਦਾ, ਸਾਰਾ ਕੁਝ ਕੰਮ ਕਿਸ ਤਰ੍ਹਾਂ ਕਰਦਾ ਹੈਗਾ ਜੀ। ਰਮਨ ਜੀ, ਕਈ ਵਾਰੀ ਸਾਡੇ ਕੋਲ ਕੋਈ ਟਰੱਕ ਡਰਾਈਵਰਸ ਆਉਂਦੇ ਹੈਗੇ ਆ, ਉਹ ਕਹਿੰਦੇ ਆ ਕਿ ਉਹਦਾ ਤਾਂ ਜੀ ਤੁਸੀਂ ਇਫਟਾ ਇੰਨਾ ਬਣਾਇਆ, ਚਲਾਇਆ ਸੀ ਇੱਕੋ ਹੀ ਸਟੇਟ 'ਚ ਸੀਗਾ, ਕੋਈ ਥਾਂ ਦੇ ਉੱਤੇ ਇੱਕੋ ਹੀ ਮਾਈਲੇਜ ਚਲਾਈਆਂ ਸੀਗੀਆਂ, ਪਰ ਉਹਨੂੰ ਇਫਟਾ ਪਿਆ ਹੀ ਨਹੀਂ, ਮੈਨੂੰ ਇਫਟਾ ਬਹੁਤ ਪੈ ਗਿਆ। ਬਹੁਤ ਜਣਿਆਂ ਦਾ ਇਹ ਜਿਹੜਾ ਹੈਗਾ ਇਹ ਕੁਐਸਚਨ ਹੁੰਦਾ ਜੀ। ਸੋ ਮੈਂ ਇੱਥੇ ਜ਼ਰੂਰ ਦੱਸਣਾ ਚਾਹੂੰਗੀ ਕਿ ਜਿੰਨਾ ਚਲਾਇਆ ਜਾਂ ਜਿੰਨਾ ਫਿਊਲ ਪਵਾਇਆ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ।
ਕੀ ਮੈਟਰ ਕਰਦਾ? ਸਭ ਤੋਂ ਪਹਿਲਾਂ ਤੁਹਾਡੇ ਟਰੱਕ ਦੀ ਐਵਰੇਜ, ਤੁਹਾਡਾ ਟਰੱਕ ਕਿੰਨੀ ਐਵਰੇਜ ਦਿੰਦਾ ਪਿਆ। ਕਿਸੇ ਦਾ ਟਰੱਕ ਹੋ ਸਕਦਾ 7 ਦੀ ਐਵਰੇਜ ਦਿੰਦਾ ਪਿਆ, ਕਿਸੇ ਦਾ ਟਰੱਕ ਹੋ ਸਕਦਾ 6 ਦੀ ਐਵਰੇਜ ਦਿੰਦਾ ਪਿਆ ਜੀ। ਸੋ ਇਫਟਾ ਭਰਨ ਵਾਸਤੇ 5 ਤੋਂ 8 ਦੇ ਵਿੱਚ ਟਰੱਕ ਦੀ ਐਵਰੇਜ ਹੋਣੀ ਚਾਹੀਦੀ ਹੈ ਜੀ। 5 ਤੋਂ ਥੱਲੇ ਨਹੀਂ ਹੋ ਸਕਦੀ, 8 ਤੋਂ ਉੱਤੇ ਨਹੀਂ ਹੋ ਸਕਦੀ। ਪਹਿਲਾਂ ਇਹ ਮੇਰੇ ਖਿਆਲ 5.5 ਦੇ ਉੱਤੇ ਸੈੱਟ ਸੀਗੀ ਕਿ 5.5 ਜਿਹੜੀ ਐਵਰੇਜ ਆ ਉਹ ਮੇਨਟੇਨ ਰੱਖੀ ਜਾਂਦੀ ਹੈ। ਤੇ ਇੱਥੇ ਇੱਕ ਲੌਜੀਕਲ ਜਿਹਾ ਸਵਾਲ ਹੈਗਾ ਕਿ ਜੇ ਕਿਸੇ ਦੀ ਐਵਰੇਜ ਘੱਟ ਆ ਜੀ ਤੇ ਉਹਦਾ ਡੀਜ਼ਲ ਵੱਧ ਯੂਜ਼ ਹੋਊਗਾ, ਉਹਨੇ ਟੈਕਸ ਵੱਧ ਭਰਿਆ ਤੇ ਆਟੋਮੈਟਿਕਲੀ ਕੁਆਟਰ ਦੇ ਐਂਡ ਤੇ ਉਹਨੂੰ ਟੈਕਸ ਨਹੀਂ ਦੇਣਾ ਪੈਣਾ। ਸੋ ਜੇ ਕਿਸੇ ਨੂੰ ਟੈਕਸ ਨਹੀਂ ਦੇਣਾ ਪਿਆ ਤਾਂ ਉਹਨੂੰ ਇਹ ਧਿਆਨ ਰੱਖਣਾ ਚਾਹੀਦਾ ਮੇਰੀ ਐਵਰੇਜ ਘੱਟ ਹੋ ਗਈ, ਮੈਂ ਡੀਜ਼ਲ 'ਚ ਜ਼ਿਆਦਾ ਪੈਸੇ ਪੇ ਕਰ ਰਿਹਾ, ਇਸ ਕਰਕੇ ਮੈਨੂੰ ਇਫਟਾ ਨਹੀਂ ਭਰਨਾ ਪੈ ਰਿਹਾ। ਠੀਕ ਹੈ ਨਾ। ਸੋ ਇਹ ਜੇ ਇਫਟਾ ਨਹੀਂ ਭਰਨਾ ਪਿਆ ਉਹ ਖੁਸ਼ੀ ਵਾਲੀ ਗੱਲ ਨਹੀਂ ਗੀ, ਉਹਦਾ ਮਤਲਬ ਇਹ ਆ ਵੀ ਤੁਹਾਡਾ ਹੋਰ ਕਿਤੇ ਨਾ ਕਿਤੇ ਵੱਧ ਖਰਚਾ ਹੋ ਰਿਹਾ। ਬਿਲਕੁਲ ਜੀ। ਸੋ ਦੂਸਰੀ ਚੀਜ਼ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਤੁਸੀਂ ਫਿਊਲ ਕਿੱਥੇ ਭਰਵਾਇਆ। ਹਾਂਜੀ, ਇਹ ਬਹੁਤ ਵੱਡੀ ਸਿਚੁਏਸ਼ਨ ਹੈਗੀ ਆ ਕਿ ਕਈ ਵਾਰੀ ਬਹੁਤ ਬੰਦੇ ਜਿਹੜੇ ਆ ਕੈਲੀਫੋਰਨੀਆ ਦੇ ਵਿੱਚੋਂ ਫਿਊਲ ਨਹੀਂ ਭਰਵਾਉਂਦੇ ਹੈਗੇ, ਕਹਿੰਦੇ ਮਹਿੰਗਾ ਆ ਫਿਊਲ, ਤੇ ਉਹ ਜਾ ਕੇ ਨਿਊ ਮੈਕਸੀਕੋ ਜਾਂ ਔਰਗਨ ਦੇ ਵਿੱਚੋਂ ਫਿਊਲ ਭਰਵਾਉਂਦੇ ਆ। ਤੇ ਔਰਗਨ ਜਿਹੜਾ ਆ ਉੱਥੇ ਤੁਸੀਂ ਮਾਈਲਾਂ ਦੇ ਹਿਸਾਬ ਨਾਲ ਪੇ ਕਰਦੇ ਆ ਤੇ ਫਿਊਲ ਉੱਥੋਂ ਭਰਵਾ ਲਿਆ ਤੇ ਮੁੜ ਕੇ ਫਿਰ ਕੈਲੀਫੋਰਨੀਆ ਟੈਕਸ ਦੇ ਦਿੱਤਾ। ਸੋ ਕੰਨ ਕਿੱਧਰੋਂ ਫੜੋ, ਉਧਰੋਂ ਫੜੋ, ਇੱਧਰੋਂ ਫੜੋ, ਕੰਨ ਫੜਿਆ ਜਾਣਾ। ਸੋ ਇਹ ਜਿਹੜੀ ਆ ਫਿਊਲ ਦਾ ਆ ਕਿ ਤੁਸੀਂ ਸਟੇਟਾਂ ਸਾਰੀਆਂ ਦੇ ਵਿੱਚ ਬੈਲੈਂਸ ਰੱਖੋ। ਤੇ ਕੁਛ ਇੱਕ ਸਟੇਟਾਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਕੋਲ ਪਰ ਮਾਈਲ ਦੇ ਹਿਸਾਬ ਨਾਲ ਰਹਿੰਦੀਆਂ, ਉੱਥੋਂ ਫਿਊਲ ਭਰਵਾਉਣਾ ਜਿਹੜਾ ਆ ਉਹ ਬਿਲਕੁਲ ਠੀਕ ਨਹੀਂ ਹੈਗਾ। ਜੇ ਤੁਸੀਂ ਔਰਗਨ 'ਚੋਂ ਭਰਵਾਉਂਦੇ ਆ ਤੇ 300 ਮੀਲ ਤੁਸੀਂ ਜਾਂਦੇ, 300 ਵਾਪਸ ਆਉਂਦੇ ਹੋ, ਉਹਦੀ 600 ਮੀਲ ਨੂੰ ਡਿਵਾਈਡ ਕਰਕੇ ਆਪਣੀ ਐਵਰੇਜ ਦੇ ਹਿਸਾਬ ਨਾਲ ਜਿੰਨੇ ਗੈਲਨਸ ਨਿਕਲਦੇ ਆ ਓਨਾ ਹੀ ਫਿਊਲ ਔਰਗਨ 'ਚੋਂ ਭਰਵਾਉਣਾ ਤੁਹਾਡਾ ਬਣਦਾ ਆ। ਜੇ ਉਸ ਤੋਂ ਵੱਧ ਵੀ ਭਰਵਾਉਣੇ ਆ ਤਾਂ ਕਈ ਵਾਰੀ ਔਰਗਨ ਵਾਲੇ ਵੀ ਤੁਹਾਨੂੰ ਆਣ ਕੇ ਫੜ ਲੈਂਦੇ ਵੀ ਤੁਸੀਂ ਇਹ ਤੋਂ ਫਿਊਲ ਜ਼ਿਆਦਾ ਪਵਾਇਆ, ਘੱਟ ਚੱਲੇ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਹੈ। ਕਿਉਂਕਿ ਇੱਦਾਂ ਹੁੰਦਾ ਹੁਣ ਜਿਸ ਤਰ੍ਹਾਂ ਔਰਗਨ ਦੀ ਤੁਸੀਂ ਗੱਲ ਕੀਤੀ ਹੈ, ਔਰਗਨ ਦੇ ਉੱਤੇ ਫਿਊਲ ਦੇ ਉੱਤੇ ਟੈਕਸ ਨਹੀਂ ਹੈਗਾ ਜੀ। ਸੋ ਉਹ ਟੈਕਸ ਲੈਂਦੇ ਵੀ ਨਹੀਂ ਹੈਗੇ, ਉਹ ਮੋੜਦੇ ਵੀ ਨਹੀਂ ਹੈਗੇ ਜੀ। ਜਦੋਂ ਇਫਟਾ ਦੀ ਕੈਲਕੂਲੇਸ਼ਨ ਹੁੰਦੀ ਹੈ, ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ, ਜਿਹੜੀ ਸਟੇਟ 'ਚੋਂ ਤੁਸੀਂ ਫਿਊਲ ਪਵਾਇਆ ਜੀ, ਅਗਰ ਉਹਦੇ 'ਚੋਂ ਜ਼ਰੂਰਤ ਤੋਂ ਘੱਟ ਪਵਾਇਆ ਉਹਨਾਂ ਨੇ ਤੁਹਾਡੇ ਕੋਲੋਂ ਟੈਕਸ ਲੈ ਲੈਣਾ ਜੀ। ਅਗਰ ਜ਼ਰੂਰਤ ਤੋਂ ਜ਼ਿਆਦਾ ਪਵਾਇਆ ਉਹਨਾਂ ਨੇ ਤੁਹਾਨੂੰ ਟੈਕਸ ਮੋੜ ਦੇਣਾ ਜੀ। ਪਰ ਕੁਝ ਸਟੇਟਸ ਜਿਸ ਤਰ੍ਹਾਂ ਔਰੇਗਨ ਦੀ ਆਪਾਂ ਗੱਲ ਕੀਤੀ, ਔਰੇਗਨ ਨਾ ਤਾਂ ਟੈਕਸ ਲੈਂਦੀ ਹੈ ਨਾ ਟੈਕਸ ਮੋੜਦੀ ਹੈ। ਨਹੀਂ ਜੀ, ਉਹ ਪਰ ਮਾਈਲ ਦਾ ਟੈਕਸ ਲੈਂਦੇ, ਪਰ ਮਾਈਲ ਦਾ ਲੈਂਦੇ ਆ, ਫਿਊਲ ਤੇ ਨਹੀਂ ਟੈਕਸ ਹੈਗਾ। ਉਹੀ ਹੋ ਗਿਆ ਨਾ, ਮਤਲਬ ਕਿਸੇ ਹਿਸਾਬ ਨਾਲ ਉਹਨੇ ਲੈਣਾ ਹੀ ਹੈ, ਉਹਨਾਂ ਨੇ ਲੈਣਾ ਹੀ ਆ। ਉਹ ਪਰ ਮਾਈਲ ਦਾ ਟੈਕਸ ਲੈਂਦੇ ਆ ਪਰ ਉਹਨਾਂ ਦੇ ਫਿਊਲ ਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਫਿਊਲ ਜਿਹੜਾ ਹੈਗਾ ਉਹ ਟੈਕਸ ਫ੍ਰੀ ਹੈਗਾ। ਸੋ ਉਸ ਵਜ੍ਹਾ ਦੇ ਨਾਲ ਉਹ ਨਾ ਤਾਂ ਇਫਟਾ ਦੇ ਵਿੱਚ ਟੈਕਸ ਮੋੜਦੇ, ਕਿਉਂਕਿ ਉਹ ਇਫਟਾ 'ਚ ਪਾਰਟੀਸਪੇਟ ਨਹੀਂ ਕਰਦੇ ਉਸ ਚੀਜ਼ ਦੇ ਵਿੱਚ। ਸੋ ਇਫਟਾ ਦਾ ਨਾ ਉਹ ਫਿਊਲ ਲੈਂਦੇ ਆ, ਫਿਊਲ ਦੇ ਉੱਤੇ ਟੈਕਸ ਲੈਂਦੇ ਆ, ਨਾ ਉਹ ਫਿਊਲ ਦਾ ਟੈਕਸ ਮੋੜਦੇ ਆ। ਸੋ ਜਿਹੜੀ ਇਹਦੀ ਕੈਲਕੂਲੇਸ਼ਨ ਹੈਗੀ ਆ ਬੜੇ ਹਿਸਾਬ ਦੇ ਨਾਲ ਹੁੰਦੀ ਹੈ। ਸਾਰੇ ਟਰੱਕਾਂ ਵਾਲਿਆਂ ਨੂੰ ਇਹ ਡਾਊਟ ਹੁੰਦਾ ਹੈ ਕਿ ਸਾਨੂੰ ਟੈਕਸ ਜ਼ਿਆਦਾ ਪੈ ਗਿਆ, ਸਾਨੂੰ ਇਫਟਾ ਘੱਟ ਪੈ ਗਿਆ। ਸੋ ਜਿਨ੍ਹਾਂ ਨੂੰ ਘੱਟ ਪੈਂਦਾ ਹੈ ਜਾਂ ਜਿਨ੍ਹਾਂ ਨੂੰ ਕਈਆਂ ਨੂੰ ਰਿਫੰਡ ਵੀ ਆਉਂਦਾ ਹੈ, ਜਿਨ੍ਹਾਂ ਨੂੰ ਰਿਫੰਡ ਆਉਂਦਾ ਹੈ ਜਾਂ ਜਿਨ੍ਹਾਂ ਨੂੰ ਟੈਕਸ ਘੱਟ ਪੈਂਦਾ, ਉਹ ਇਸੇ ਕਰਕੇ ਕਿ ਉਹਨਾਂ ਨੇ ਬੜਾ ਪਲਾਨ ਵੇ ਦੇ ਨਾਲ ਫਿਊਲ ਪਵਾਇਆ ਹੁੰਦਾ। ਜੀ, ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਮੈਂ ਜਦੋਂ ਅੱਜ ਤੋਂ 5-7 ਸਾਲ ਪਹਿਲਾਂ ਇਫਟਾ ਦੀ ਕਲਾਸ ਲਈ ਸੀਗੀ ਤੇ ਉਹਦੇ ਵਿੱਚ ਜਦੋਂ ਸਟੇਟ ਬੋਰਡ ਆਫ ਇਕੁਲਾਈਜੇਸ਼ਨ ਦੇ ਉੱਥੇ ਸੈਕਰਾਮੈਂਟੋ ਦੇ ਵਿੱਚ ਕਲਾਸ ਸੀਗੀ ਜੀ, ਤੇ ਉਹਨਾਂ ਨੇ ਡੀਟੇਲ ਦੇ ਵਿੱਚ ਸਮਝਾਇਆ ਸੀ ਜਿਹੜੀ ਸਟੇਟ ਦੀ ਵੈਬਸਾਈਟ ਹੈਗੀ ਆ ਉਹਦੇ ਉੱਤੇ ਜਦੋਂ ਤੁਸੀਂ ਫਿਊਲ ਟੈਕਸ ਭਰਦੇ ਹੈਗੇ ਆ ਤੇ ਤੁਸੀਂ ਈਚ ਸਟੇਟ ਦਾ ਮਾਈਲ ਭਰਦੇ ਆ, ਫਿਰ ਗੈਲਨਸ ਆਪਣਾ ਭਰਦੇ ਆ ਜੀ, ਤੇ ਤੁਹਾਡੀ ਜਿਹੜੀ ਆ ਨਾ ਐਡਜਸਟਮੈਂਟ ਹੁੰਦੀ ਰਹਿੰਦੀ ਹੈ ਨਾਲ ਨਾਲ। ਉਹ ਬੜੀ ਇੰਟਰਸਟਿੰਗ ਆ ਦੇਖਣ ਵਾਲੀ ਵੀ ਕਿਸੇ ਸਟੇਟ ਤੋਂ ਤੁਹਾਨੂੰ ਵਾਪਸ ਮੁੜ ਰਿਹਾ ਟੈਕਸ, ਕਿਸੇ ਸਟੇਟ 'ਚ ਤੁਸੀਂ ਦੇ ਰਹੇ ਆ। ਉਹ ਉੱਥੇ ਤੁਹਾਨੂੰ ਐਕਚੁਅਲ ਦੇ ਵਿੱਚ ਫੀਲਿੰਗ ਆਉਂਦੀ ਆ ਕਿ ਕਿਹੜੀ ਸਟੇਟ 'ਚੋਂ ਤੇਲ ਭਰਵਾਉਣਾ ਚਾਹੀਦਾ ਤੇ ਕਿਹੜੀ ਸਟੇਟ 'ਚੋਂ ਤੇਲ ਨਹੀਂ ਭਰਵਾਉਣਾ ਚਾਹੀਦਾ ਜੀ। ਬਿਲਕੁਲ ਠੀਕ। ਸੋ ਇਹ ਬੜਾ ਇੱਕ ਕ੍ਰਿਟੀਕਲ ਜਿਹਾ ਚੀਜ਼ ਹੈਗੀ ਆ। ਅਮਾਊਂਟ ਮੇਰੇ ਖਿਆਲ ਦੇ ਵਿੱਚ ਕੋਈ ਐਡਾ ਵੱਡਾ ਨਹੀਂ ਹੈਗਾ ਬਈ ਜੇ ਕਿਸੇ ਦੀ ਕਮਰ ਤੋੜ ਦੇਵੇ ਐਡਾ ਜ਼ਿਆਦਾ ਟੈਕਸ ਹੈਗਾ, ਪਰ ਫਿਰ ਵੀ ਪੈਨੀ ਸੇਵਡ ਇਜ਼ ਅ ਪੈਨੀ ਸੇਵਡ। ਸੋ ਜੇ ਧਿਆਨ ਦੇ ਨਾਲ ਭਰਵਾਇਆ ਜਾਵੇ ਤੇ ਇਹ ਪਹਿਲਾਂ ਇੱਕ ਮਿਥ ਹੁੰਦੀ ਸੀਗੀ ਕਿ $100-150 ਕੁਆਟਰ ਦਾ ਤਾਂ ਫਿਊਲ ਟੈਕਸ ਬਣਦਾ ਹੀ ਬਣਦਾ ਹੈ। ਪਰ ਜਦੋਂ ਮੈਂ ਕਲਾਸ ਲੈਣ ਤੋਂ ਬਾਅਦ ਆਪਣਾ ਫਿਊਲ ਟੈਕਸ ਭਰਨਾ ਸ਼ੁਰੂ ਕੀਤਾ, ਆਪ ਸਾਰਾ ਕੁਝ ਕਰਨਾ ਸ਼ੁਰੂ ਕੀਤਾ, ਤੇ ਮੈਨੂੰ ਹੈਰਾਨੀ ਹੋਈ ਵੀ ਕਿਸੇ ਮਹੀਨੇ ਕਿਸੇ ਕੁਆਟਰ 'ਚ ਮੈਨੂੰ $15, ਕਿਸੇ ਕੁਆਟਰ 'ਚ $50, ਕਿਸੇ 'ਚ $30 ਕਈ ਵਾਰੀ ਵਾਪਸ ਆਉਣੇ ਸ਼ੁਰੂ ਹੋ ਗਏ। ਤਾਂ ਬੜੀ ਖੁਸ਼ੀ ਹੁੰਦੀ ਸੀਗੀ ਵੀ ਕੋਈ ਅਚੀਵ ਕੀਤਾ ਕੁਛ ਨਾ ਕੁਛ। ਜੀ ਬਿਲਕੁਲ ਠੀਕ ਹੈ। ਸੋ ਜਦੋਂ ਆਪਾਂ ਇਫਟਾ ਦੀ ਕੈਲਕੂਲੇਸ਼ਨ ਹੁੰਦੀ ਹੈ, ਕੁਝ ਚੀਜ਼ਾਂ ਹੈਗੀਆਂ ਨੇ। ਇੱਕ ਤਾਂ ਟੋਟਲ ਮਾਈਲੇਜ ਜੀ ਧਿਆਨ 'ਚ ਰੱਖਣ ਵਾਲੀ ਹੁੰਦੀ ਹੈ, ਤੁਸੀਂ ਕਿਹੜੀ ਸਟੇਟ 'ਚ ਕਿੰਨੀਆਂ ਮੀਲਾਂ ਚਲਾਇਆ। ਉਸ ਤੋਂ ਬਾਅਦ ਮਾਈਲ ਪਰ ਗੈਲਨ ਤੁਹਾਡੇ ਟਰੱਕ ਦੀ ਐਵਰੇਜ ਕਿੰਨੀ ਹੈਗੀ ਹੈ ਉਹ ਆ ਗਿਆ। ਉਸ ਤੋਂ ਬਾਅਦ ਟੈਕਸੇਬਲ ਗੈਲਨਸ ਜਿਹੜੇ ਹੈਗੇ ਆ ਕਿ ਕਿੰਨੇ ਟੈਕਸੇਬਲ ਗੈਲਨਸ ਤੁਹਾਡੇ ਹੋਣੇ ਚਾਹੀਦੇ ਸੀ ਜੀ। ਟੈਕਸ ਪੇਡ ਗੈਲਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿੰਨਾ ਫਿਊਲ ਪਵਾਇਆ, ਗੈਲਨਸ ਕਿੰਨੀਆਂ ਪਵਾਈਆਂ
ਇੱਕ ਤਾਂ ਹੋ ਗਿਆ ਟੈਕਸੇਬਲ, ਜਿੰਨੀ ਤੁਹਾਡੀ ਟਰੱਕ ਦੀ ਟੋਟਲ ਮਾਈਲੇਜ ਡਿਵਾਈਡ ਬਾਏ ਤੁਹਾਡੀ ਐਵਰੇਜ, ਸੋ ਟੈਕਸੇਬਲ ਗੈਲਨਸ ਉਹ ਨਿਕਲ ਗਏ। ਸੋ ਹੁਣ ਤੁਸੀਂ ਕਿੰਨਾ ਪਵਾਇਆ ਜੀ, ਉਹਦਾ ਜਿਹੜਾ ਡਿਫਰੈਂਸ ਹੈਗਾ ਉਹ ਤੁਹਾਨੂੰ ਟੈਕਸ ਪੈਣਾ ਜੀ। ਸਿੱਧੀ ਜੀ ਕੈਲਕੂਲੇਸ਼ਨ ਹੈਗੀ ਹੈ, ਜਿੰਨੀਆਂ ਮੀਲਾਂ ਚਲਾਇਆ ਉਹਨੂੰ ਡਿਵਾਈਡ ਕਰ ਲਓ ਆਪਣੀ ਐਵਰੇਜ ਦੇ ਨਾਲ, ਜਿੰਨਾ ਤੁਹਾਡਾ ਡਿਫਰੈਂਸ ਨਿਕਲਿਆ ਉਨੀ ਗੈਲਨ ਹਰ ਸਟੇਟ 'ਚੋਂ ਤੁਹਾਨੂੰ ਪਵਾਉਣੀਆਂ ਪੈਣੀਆਂ ਨੇ। ਸੋ ਜੇ ਤੁਸੀਂ ਉਹਦੇ ਤੋਂ ਘੱਟ ਪਵਾਈਆਂ ਤਾਂ ਟੈਕਸ ਦੇਣਾ ਪੈ ਜਾਣਾ ਹੈ, ਜੇ ਜ਼ਿਆਦਾ ਪਵਾਈਆਂ ਤਾਂ ਟੈਕਸ ਮੁੜਿਆ ਨੇ। ਜੀ ਬਿਲਕੁਲ, ਇਹ ਬੜੀ ਇੰਟਰਸਟਿੰਗ ਜੀ ਕੈਲਕੂਲੇਸ਼ਨ ਹੈਗੀ ਆ, ਪਰ ਡੈਫੀਨੇਟਲੀ ਇੱਥੇ ਧਿਆਨ ਦੇਣ ਦੀ ਲੋੜ ਹੈਗੀ ਆ ਜੇ ਤੁਸੀਂ ਇਫਟੇ ਜਿਹੜਾ, ਔਰ ਖਾਸ ਕਰਕੇ ਮੇਰੇ ਖਿਆਲ ਦੇ ਵਿੱਚ ਇਸ ਕਰਕੇ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਜਦੋਂ ਆਪਾਂ ਐਸਟੀਮੇਟ ਨਾਲ ਭਰਦੇ ਹਾਂ ਟੈਕਸ, ਜੀ ਜਦੋਂ ਆਪਾਂ ਪ੍ਰੋਪਰ ਨੰਬਰਸ ਨਹੀਂ ਹੁੰਦੇ ਤੇ ਕਈ ਵਾਰੀ ਤੁਹਾਡੀ ਜਿਹੜੀ ਐਵਰੇਜ ਆ ਜੀ ਬਿਲਕੁਲ ਉਹ 10-11 ਮੀਲ ਦੀ ਵੀ ਸ਼ੋਅ ਕਰ ਜਾਂਦੀ ਆ, ਤੇ ਉਹ ਇੱਕ ਰੈੱਡ ਫਲੈਗ ਹੋ ਜਾਂਦਾ, ਤੁਹਾਡਾ ਆਡਿਟ ਆਉਣਾ ਜ਼ਰੂਰੀ ਹੋ ਜਾਂਦਾ, ਤੁਹਾਡਾ ਆਡਿਟ ਜਿਹੜਾ ਉਹ ਲਾਜ਼ਮੀ ਹੋ ਜਾਂਦਾ। ਜੇ ਤੁਹਾਡੀ ਐਵਰੇਜ ਬਿਲਕੁਲ ਹੀ ਲੋ ਆ ਜਾਂ ਬਿਲਕੁਲ ਸਟੈਂਡਰਡ ਤੋਂ ਅਪ ਆ, ਤੇ ਉਹ ਇੱਕ ਮੇਨ ਰੀਜ਼ਨ ਹੁੰਦਾ ਆ ਕਿ ਤੁਹਾਡਾ ਰੈੱਡ ਫਲੈਗ ਹੋਣਾ ਜਿਹੜਾ ਆਡਿਟ ਦੇ ਵਿੱਚ, ਜਿਹੜਾ ਕੰਪਿਊਟਰ ਨੇ ਤੁਹਾਨੂੰ ਪਿਕ ਕਰਨਾ। ਤੇ ਡਿਪਾਰਟਮੈਂਟ ਦੇ ਮੁਤਾਬਿਕ ਜਿਹੜਾ ਆ ਉਹ ਇੱਕ ਸੈੱਟ ਨੰਬਰ ਜਿਹੜਾ ਆਡਿਟਸ ਹੈਗੇ ਆ ਸਾਲ ਦੇ ਵਿੱਚ ਉਹਨਾਂ ਨੇ ਕਰਨੇ ਹੀ ਹੁੰਦੇ ਆ। ਜੀ ਬਿਲਕੁਲ ਠੀਕ, ਉਹ ਰੈਂਡਮ ਪਿਕ ਕਰਦੇ ਆ। ਸੋ ਜੇ ਤੁਹਾਡਾ ਆਡਿਟ ਆਉਂਦਾ ਹੈ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਕੋਈ ਗਲਤੀ ਕੀਤੀ ਹੈ, ਪਰ ਜੇ ਗਲਤੀ ਕੀਤੀ ਹੈ ਤਾਂ ਡੈਫੀਨੇਟਲੀ ਉਹਦੇ ਜ਼ਿਆਦਾ ਚਾਂਸਸ ਹੈਗੇ ਆ ਉਹਦੇ ਵਿੱਚ ਆਉਣ ਦੇ। ਜੀ ਬਿਲਕੁਲ। ਰਮਨ ਜੀ, ਇੱਥੇ ਮੈਂ ਇੱਕ ਚੀਜ਼, ਆਪਾਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ ਕਿ ਅਗਰ ਰਾਊਟ ਗਲਤ ਦੱਸਦੇ ਪਏ ਆ ਤਾਂ, ਸੋ ਜੀ ਉਹ ਤੁਸੀਂ ਕਿਹਾ ਸੀਗਾ ਕਿ ਮੈਂ ਉਹਨੂੰ ਦੁਬਾਰਾ ਇੱਥੇ ਰਿਪੀਟ ਕਰਨਾ ਚਾਹਾਂਗੀ ਕਿਉਂਕਿ ਹੁਣ ਆਪਣੀ ਇਫਟਾ ਦੀ ਦੁਬਾਰਾ ਗੱਲ ਚੱਲਦੀ ਪਈ ਹੈ ਕਿ ਜਦੋਂ ਇਫਟਾ ਅਸੀਂ ਭਰਦੇ ਹਾਂ ਸਾਨੂੰ ਰਾਊਟ ਸਹੀ ਚਾਹੀਦਾ ਜੀ, ਕਿ ਅਗਰ ਤੁਸੀਂ ਕਿਸੇ ਇੱਕ ਰਾਊਟ ਤੋਂ ਜਾਂਦੇ ਪਏ ਹੋ, ਦੂਸਰੇ ਰਾਊਟ ਤੋਂ ਵਾਪਸ ਆਉਂਦੇ ਪਏ ਹੋ, ਤਾਂ ਤੁਸੀਂ ਜ਼ਰੂਰ ਸਹੀ ਰਾਊਟ ਦੱਸੋ, ਤਾਂ ਹੀ ਉਹਦੀ ਸਹੀ ਕੈਲਕੂਲੇਸ਼ਨ ਹੋਏਗੀ ਤੁਹਾਡੀਆਂ ਮਾਈਲਸ ਦੀ। ਅਗਰ ਤੁਸੀਂ ਰਾਊਟ ਗਲਤ ਲਿਖਾਉਂਦੇ ਪਏ ਹੋ, ਜਾਂਦੇ ਤੁਸੀਂ ਕਿਸੇ ਹੋਰ ਹਾਈਵੇ ਤੋਂ ਪਏ ਹੋ, ਵਾਪਸੀ ਤੁਸੀਂ ਕਿਸੇ ਹੋਰ ਹਾਈਵੇ ਦੀ ਦੱਸਦੇ ਪਏ ਹੋ, ਤਾਂ ਓਬਵੀਅਸ ਹੈ ਕਿ ਉਹਦਾ ਜਿਹੜਾ ਨੁਕਸਾਨ ਹੈਗਾ ਉਹ ਤੁਹਾਨੂੰ ਵੀ ਹੈਗਾ ਅਤੇ ਕੰਟਰੀ ਨੂੰ ਤਾਂ ਹੈਗਾ ਹੀ ਹੈ। ਜੀ ਬਿਲਕੁਲ, ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਕਿਉਂਕਿ ਆਪਾਂ ਇਸ ਗੱਲ ਦੇ ਉੱਤੇ ਹਮੇਸ਼ਾ ਜ਼ੋਰ ਦਿੰਦੇ ਹੁੰਦੇ ਹਾਂ ਕਿ ਜਿਹੜੀ ਪ੍ਰੋਪਰ ਢੰਗ ਦੇ ਨਾਲ ਰਿਪੋਰਟਿੰਗ ਹੈਗੀ ਆ ਉਹ ਹੀ ਬੈਟਰ ਹੈਗੀ ਆ। ਔਰ ਜਦੋਂ ਤੁਸੀਂ ਕਹਿ ਦਿੰਦੇ ਆ, ਮੇਰੇ ਖਿਆਲ ਦੇ ਵਿੱਚ ਜਿਹੜੇ ਟੈਕਸ ਭਰਨ ਵਾਲੇ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਨੂੰ ਸਿਰਫ ਐਸਟੀਮੇਟ ਦੇ ਹਿਸਾਬ ਨਾਲ ਨਹੀਂ ਟੈਕਸ ਭਰਨਾ ਚਾਹੀਦਾ, ਪ੍ਰੋਪਰ ਨੰਬਰਸ ਦੇ ਉੱਤੇ ਟੈਕਸ ਭਰਨਾ ਚਾਹੀਦਾ। ਜੀ ਬਿਲਕੁਲ ਸਹੀ ਗੱਲ ਹੈ। ਅਤੇ ਇਸ ਤੋਂ ਅੱਗੇ ਚੱਲੀਏ ਜੀ, ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਆਪਣੀ ਜਿਹੜੀ ਪੈਨਲਟੀਜ਼ ਹੈਗੀਆਂ ਜੀ, ਸੋ ਪੈਨਲਟੀਜ਼ ਦੇ ਉੱਤੇ ਗੱਲ ਕਰੀਏ ਕਿ ਜੇ ਆਪਣਾ ਜਿਹੜਾ ਇਫਟਾ ਟੈਕਸ ਹੈਗਾ ਆ, ਜੇ ਡਿਲੋਕੁਐਂਟ ਹੈਗਾ ਆ ਜਾਂ ਆਪਾਂ ਨਹੀਂ ਭਰਿਆ ਹੈਗਾ, ਅਤੇ ਇਹਦੀਆਂ ਪੈਨਲਟੀਜ਼ ਦੀਆਂ ਕੀ ਹਿਸਾਬ ਕਿਤਾਬ ਹੈਗਾ? ਰਮਨ ਜੀ, ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਟਾਈਮਲੀ ਇਫਟਾ, ਜਿੱਦਾਂ ਮੈਂ ਆਪਣੀਆਂ ਡੇਟਸ ਆਪਾਂ ਦੱਸੀਆਂ ਸੀਗੀਆਂ ਕਿ ਲਾਸਟ ਡੇਟ ਹੁੰਦੀ ਹੈ ਰਾਤ ਨੂੰ 12 ਵਜੇ ਤੋਂ ਪਹਿਲਾਂ ਐਵਰੀ ਕੁਆਟਰ ਦੀ, ਜਦੋਂ ਆਪਣਾ ਨੈਕਸਟ ਮੰਥ ਹੈਗਾ ਉਹਦੀ ਲਾਸਟ ਡੇ ਜਿਹੜਾ ਵੀ ਹੈਗਾ ਉਹਦੇ ਨਾਲ ਰਾਤ ਨੂੰ 12 ਵਜੇ ਤੋਂ ਪਹਿਲਾਂ ਆਪਾਂ ਇਫਟਾ ਭਰਨਾ ਜ਼ਰੂਰੀ ਹੁੰਦਾ ਜੀ। ਜੇ ਆਪਾਂ ਉਹ ਇਫਟਾ ਨਹੀਂ ਭਰਿਆ ਤਾਂ ਮਿਨੀਮਮ $50 ਲੇਟ ਜਿਹੜੀ ਉਹਦੀ ਫੀਸ ਹੈਗੀ ਹੈ, ਪੈਨਲਟੀ ਹੈਗੀ ਹੈ, ਉਹ ਜ਼ਰੂਰੀ ਹੁੰਦੀ ਹੈ। $50 ਜਾਂ ਫਿਰ 10% ਜਿਹੜਾ ਤੁਹਾਡਾ ਟੈਕਸ ਬਣਿਆ ਟੋਟਲ, ਉਹਦਾ 10%, ਜੋ ਵੀ ਦੋਨਾਂ 'ਚੋਂ ਜ਼ਿਆਦਾ ਅਮਾਊਂਟ ਹੈਗੀ ਹੈ। ਜੇ $50 ਹੈ ਤਾਂ 50, ਜੇ ਤੁਹਾਡਾ 10%, ਸਪੋਜ਼ ਕਿਸੇ ਦਾ 5000 ਇਫਟਾ ਬਣਦਾ ਪਿਆ ਤਾਂ ਉਹਦਾ 10%, ਜਿਹੜੀ ਦੋਨਾਂ ਦੇ ਵਿੱਚੋਂ ਅਮਾਊਂਟ ਜ਼ਿਆਦਾ ਹੈਗੀ ਆ ਉਹ ਉਹਨਾਂ ਨੇ ਤੁਹਾਨੂੰ ਪੈਨਲਟੀ ਪਾ ਦੇਣੀ ਹੈ। ਤੁਸੀਂ 1 ਮਿੰਟ ਵੀ ਲੇਟ ਹੋਏ ਤਾਂ ਵੀ ਜੀ। ਔਰ ਦੂਸਰਾ, ਉਹਦੇ ਉੱਤੇ ਇੰਟਰਸਟ ਵੀ ਲੱਗਣਾ। ਅੱਛਾ ਜੀ, ਇਹ ਨਹੀਂ ਹੈਗਾ ਵੀ ਹੁਣ ਆਪਾਂ ਇੱਕ ਦਿਨ ਤਾਂ ਲੇਟ ਹੋ ਗਏ, ਕੋਈ ਨਾ ਆਪਾਂ ਅਗਲੇ ਮਹੀਨੇ ਭਰ ਦਾਂਗੇ, ਨੋ। ਪੈਨਲਟੀ ਤਾਂ ਹੈਗੀ ਹੈ, ਉਹਦੇ ਉੱਤੇ ਜਿੰਨੇ ਦਿਨ ਵੱਧਦੇ ਗਏ, ਜਿੰਨੇ ਮਹੀਨੇ ਵੱਧਦੇ ਗਏ, ਉਹਨਾਂ ਉਹਦੇ ਉੱਤੇ ਇੰਟਰਸਟ ਰੇਟ ਜਿਹੜਾ ਹੈਗਾ ਉਹ 7% ਐਨੂਅਲ ਦੇ ਹਿਸਾਬ ਨਾਲ, ਕਰੰਟ ਰੇਟ ਜਿਹੜਾ ਚੱਲਦਾ ਪਿਆ 7% ਐਨੂਅਲ ਦੇ ਹਿਸਾਬ ਨਾਲ ਤੁਹਾਨੂੰ ਇੰਟਰਸਟ ਰੇਟ ਵੀ ਪੈਣਾ ਉਸ ਅਮਾਊਂਟ ਦੇ ਉੱਤੇ। ਬਿਲਕੁਲ ਇੰਦੂ ਜੀ, ਇੱਥੇ ਮਤਲਬ ਕਿ ਆਪਾਂ ਇੱਕ ਕੋਈ ਹੋਰ ਜਿਹੜੀ ਇਸ ਮਸਲੇ ਦੇ ਵਿੱਚ ਕੋਈ ਲਾਸਟ ਗੱਲਬਾਤ ਜਿਹੜੀ ਦੱਸਣੀ ਹੋਵੇ, ਕਰਨੀ ਹੋਵੇ ਇਫਟਾ ਦੇ ਬਾਰੇ ਦੇ ਵਿੱਚ, ਜਾਂ ਕੋਈ ਇਸ ਦਰਮਿਆਨ ਕੋਈ ਹੋਰ ਚੀਜ਼ ਜਿਹੜੀ ਹਾਈਲਾਈਟ ਕਰਨੀ ਹੋਵੇ ਤੁਸੀਂ? ਇੱਕ ਆਪਾਂ ਆਡਿਟ ਬਾਰੇ ਰਮਨ ਜੀ ਫੇਰ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਡਿਟੇਲਡ ਚੀਜ਼ ਹੈਗੀ ਆ ਆਡਿਟ ਵਾਲੀ। ਸੋ ਮੈਂ ਸਿਰਫ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਕਿਹਾ ਸੀਗਾ ਕਿ ਇੱਕ ਟ੍ਰਿਪ ਦੇ ਉੱਤੇ, ਇੱਕ ਐਨਵੈਲਪ ਦੇ ਉੱਤੇ ਇੱਕੋ ਹੀ ਟ੍ਰਿਪ ਜੀ, ਉਹ ਜ਼ਰੂਰੀ ਹੈ। ਆਪਾਂ ਆਡਿਟ ਬਾਰੇ ਮੈਂ ਚਾਹੂੰਗੀ ਕਿ ਆਪਾਂ ਡਿਟੇਲ ਦੇ ਵਿੱਚ ਫਿਰ ਆਪਾਂ ਕਿਸੇ ਹੋਰ ਐਪੀਸੋਡ ਦੇ ਵਿੱਚ ਗੱਲ ਕਰੀਏ ਕਿਉਂਕਿ ਲੋਕਾਂ ਦੇ ਬਹੁਤ ਆਡਿਟ ਆਉਂਦੇ ਹੈਗੇ ਆ, ਉਹਨਾਂ ਨੂੰ ਨਹੀਂ ਪਤਾ ਕਿ ਆਡਿਟ ਕਿੱਦਾਂ ਮੇਨਟੇਨ ਕਰਨੇ ਜੀ। ਔਰ ਦੂਸਰਾ ਮੈਂ ਦੱਸਣਾ ਚਾਹੂੰਗੀ ਕਿ ਡਿਫਰੈਂਟ ਜਿਹੜੀਆਂ ਸਟੇਟਸ ਹੈਗੀਆਂ ਨੇ ਆਪਾਂ ਇਫਟਾ ਦੇ ਨਾਲ ਨਿਊ ਮੈਕਸੀਕੋ, ਕੰਟੱਕੀ ਔਰ ਨਿਊਯਾਰਕ, ਇਹਨਾਂ ਦਾ ਵੀ ਕੁਆਟਰਲੀ ਇਫਟਾ
ਆਪਣਾ ਜਿਹੜੀਆਂ ਫਾਈਲਿੰਗਸ ਹੈਗੀਆਂ ਨੇ ਉਹ ਹੁੰਦੀਆਂ ਨੇ ਇਫਟਾ ਦੇ ਨਾਲ ਸੋ ਨਾਲ ਨਾਲ ਹੀ ਕਰਨੀ ਹੈ ਜੀ ਬਿਲਕੁਲ। ਇਹ ਵੀ ਕੁਆਟਰਲੀ ਫਾਈਲਿੰਗਸ ਹੈਗੀਆਂ। ਔਰੇਗਨ ਦੀ ਮੰਥਲੀ ਫਾਈਲਿੰਗ ਹੁੰਦੀ ਹੈ, ਜਿੰਨਾ ਆਪਾਂ ਮਿਲਾਂ ਚਲਾਈਆਂ ਔਰੇਗਨ ਦੇ ਵਿੱਚ, ਔਰ ਨਿਊ ਮੈਕਸੀਕੋ, ਕੰਟੱਕੀ ਔਰ ਨਿਊਯਾਰਕ ਇਹਨਾਂ ਦੀ ਪਰ ਕੁਆਟਰ ਫਾਈਲਿੰਗ ਹੁੰਦੀ ਹੈ, ਔਰ ਮਾਈਲਸ ਦੇ ਹਿਸਾਬ ਨਾਲ ਹੁੰਦੀ ਹੈ। ਜਿੰਨੀਆਂ ਮਾਈਲਸ ਤੁਸੀਂ ਉਹਨਾਂ ਦੇ ਹਾਈਵੇਜ਼ ਨੂੰ ਯੂਜ਼ ਕੀਤਾ, ਉਨੀਆਂ ਮਾਈਲਸ ਪਰ ਕੰਪਨੀ ਦੇ ਹਿਸਾਬ ਦੇ ਨਾਲ ਫਾਈਲਿੰਗ ਹੁੰਦੀ ਹੈ ਜੀ। ਤੇ ਇਹ ਸੀਗਾ ਜੀ ਇਫਟੇ ਦੇ ਬਾਰੇ ਦੇ ਵਿੱਚ ਥੋੜ੍ਹੀ ਜਿਹੀ ਡੀਟੇਲ ਗੱਲਬਾਤ। ਜੇ ਸਾਡੇ ਕੋਲ ਕੋਈ ਗੱਲਬਾਤ ਰਹਿ ਗਈ ਹੋਵੇ ਜਾਂ ਕੋਈ ਤੁਹਾਨੂੰ ਇਸ਼ੂ ਜਾਂ ਵਿਚਾਰ ਤੁਹਾਡਾ ਹੈਗਾ ਤੇ ਪਲੀਜ਼ ਸਾਨੂੰ info@ramanteloshow.com ਦੇ ਉੱਤੇ ਈਮੇਲ ਕਰਕੇ ਤੁਸੀਂ ਆਪਣਾ ਵਿਚਾਰ ਸਾਂਝਾ ਕਰ ਸਕਦੇ ਸਾਡੇ ਨਾਲ। ਤੇ ਇੰਦੂ ਜੀ ਇੱਥੇ ਚੱਲਦੇ ਆਪਣਾ ਇੱਕ ਵਾਰੀ ਫਿਰ ਫੋਨ ਨੰਬਰ ਜਿਹੜਾ ਉਹ ਜ਼ਰੂਰ ਦੇ ਦਿਓ ਜੀ। ਮੇਰਾ ਆਫਿਸ ਦਾ ਫ਼ੋਨ ਨੰਬਰ ਹੈ 5592289622 ਔਰ ਮੇਰਾ ਸੈੱਲ ਨੰਬਰ ਹੈ 5595137536। ਤੇ ਬਿਲਕੁਲ ਜੀ, ਜੇ ਤੁਸੀਂ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਤੁਹਾਨੂੰ ਇੰਦੂ ਜੀ ਕੋਲ ਚਾਹੀਦੀ ਹੈ ਤੇ ਡੈਫੀਨੇਟਲੀ ਕਾਲ ਕਰਕੇ ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਲੈ ਲਿਓ ਤੇ ਕਾਲ ਕਰਕੇ ਜ਼ਰੂਰ ਇਹ ਦੱਸਿਓ ਕਿ ਅਸੀਂ ਪ੍ਰੋਗਰਾਮ ਸੁਣਿਆ ਸੀ ਤੇ ਪ੍ਰੋਗਰਾਮ ਸੁਣ ਕੇ ਸਾਨੂੰ ਨੰਬਰ ਮਿਲਿਆ ਤੇ ਇਸ ਕਰਕੇ ਅਸੀਂ ਕਾਲ ਕਰ ਰਹੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਜੀ। ਸਤਿ ਸ਼੍ਰੀ ਅਕਾਲ। Low discounts, fuel, tires, dispatching services, ELDs, factoring, workers compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantelawshow.com ਤੇ ਕੰਟੈਕਟ ਕਰੋ।